प्रोफैसर साहब जो ये पेज फस गया पंजाब सरकार ते सेंटर सरकार दे विचाले, सेंटर सरकार ने पीयूष गोयल ने एक चिट्ठी भी लिखी है ते चिट्ठी दे विच सख्त ताड़ना भी की है कि तुसीं सीधी अदायगी नूं अपलाई करो, असीं होर समा नहीं दे सकते। देखो ये बदतमीजी की इंतहा है। किसान दिल्ली दीआं बरूहां ते रुल रहे आ, शहीद हो रहे आ और इन्हां दी अजे वल जिहड़ी आड़ ते वल गए नहीं। यही पीयूष गोयल किन्नी देर उत्थे विच बैठा रहा, मीटिंगां दे विच कोई हल कढ़िया नहीं सवाए जिद तो की इन्हां दे अल्ले पल्ले हैगा। यानी कि ये देश दे अंदर सूबियां ते ਇਹੋ ਜਿਹਾ हमला करके किसान मजदूरां ते हमला करके ये सोचते आ कि राज कर लैणगे। केंद्र सरकार ਦਾ ਇਸ ਗੱਲ ਨੂੰ ਲੈ ਕੇ ਇੱਕ ਇਹ ਗੁੱਸਾ ਵੀ ਪੰਜਾਬ ਸਰਕਾਰ ਪ੍ਰਤੀ ਜ਼ਾਹਰ ਹੁੰਦਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿ ਤੁਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਸਾਡੇ ਇਹ ਬਰੂਹਾਂ ਤੇ ਆ ਗਏ, ਜਦੋਂ ਕਿ ਖੱਟਰ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਪਾਸੇ ਕਿਸਾਨੀ ਨੂੰ ਉਜਾੜਨਾ ਚਾਹੁੰਦੇ ਆ, ਦੂਜੇ ਪਾਸੇ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਹਮਲਾ ਕਰ ਰਹੇ ਆ। ਤੁਹਾਡਾ ਅਧਿਕਾਰ ਖੇਤਰ ਨਹੀਂ ਸੀ ਕਾਨੂੰਨ ਬਣਾਉਣ ਦਾ, ਬਣਦਾ ਇਹ ਹੈ ਕਿ ਇਹ ਆ ਕੇ ਮਾਫੀ ਮੰਗਣ ਕਿਸਾਨਾਂ ਤੋਂ, ਸਰਕਾਰਾਂ ਤੋਂ, ਪੰਜਾਬ ਹਰਿਆਣਾ ਸਰਕਾਰ ਤੋਂ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ। ਇਹਨਾਂ ਦੇ ਸਾਰੇ 8 ਮਿਨਿਸਟਰਾਂ ਨੇ ਉੱਥੋਂ ਦਿੱਲੀ ਤੋਂ ਵੱਡੀਆਂ ਵੱਡੀਆਂ ਸਕਰੀਨਾਂ ਲਾ ਕੇ ਲੋਕਾਂ ਨੂੰ ਸੋ ਕਾਲਡ ਕੇ ਅਸੀਂ ਸਮਝਾ ਰਹੇ ਹਾਂ ਕਾਨੂੰਨ ਤੇ ਬਹੁਤ ਚੰਗੇ ਆ, ਆਮਦਨ ਵੀ ਦੁੱਗਣੀ ਹੋਊਗੀ। ਹੁਣ ਰਮੇਸ਼ ਚੰਦ ਨੇ ਵੀ ਕਹਿਤਾ ਨੀਤੀ ਆਯੋਗ ਵਾਲੇ ਨੇ, ਆਮਦਨ ਦੁੱਗਣੀ ਤਾਂ ਹੋਊਗੀ ਜੇ ਕਾਨੂੰਨ ਲਾਗੂ ਕਰੋਗੇ। ਤੁਸੀਂ ਬਲੈਕਮੇਲ ਕਰਦੇ ਆ, ਧਮਕੀਆਂ ਦਿੰਦੇ ਆ ਕਿ ਚੀਫ ਮਿਨਿਸਟਰ ਸਾਹਿਬ ਚਿੱਠੀਆਂ ਦਾ ਵੇਲਾ ਲੰਘ ਗਿਆ, ਤੁਸੀਂ ਟਾਈਮ ਮੰਗਦੇ ਫਿਰਦੇ ਆ ਪ੍ਰਧਾਨ ਮੰਤਰੀ ਤੋਂ ਜਾਂ ਉੱਥੇ ਹੋਮ ਮਿਨਿਸਟਰ ਤੋਂ। ਉਹ ਵੇਲਾ ਲੰਘ ਗਿਆ, ਮੈਦਾਨ ਨੇ ਯੰਗ ਉਹਦੇ ਵਿੱਚ ਉਤਰ ਆਓ। ਤੁਸੀਂ ਜਾ ਕੇ ਸਿੱਧਾ ਪ੍ਰਧਾਨ ਮੰਤਰੀ ਦੇ ਕੋਠੀ ਸਾਹਮਣੇ ਧਰਨਾ ਦੇ ਦਿਓ। ਅੱਗੇ ਉੱਥੇ ਜੰਤਰ ਮੰਤਰ ਤੇ ਬਥੇਰਾ ਇਹਨਾਂ ਦੇ ਐਮਪੀਆਂ ਨੇ ਧਰਨਾ ਦਿੱਤਾ। ਪੀਯੂਸ਼ ਗੋਇਲ ਨੂੰ ਛੱਡੋ, ਪੀਯੂਸ਼ ਗੋਇਲ ਕੋਈ ਚੀਜ਼ ਨਹੀਂ ਆ, ਉੱਥੇ ਹੋਮ ਮਿਨਿਸਟਰ ਤੇ ਮੋਦੀ ਹੈਗੇ ਆ। ਉਹ ਦੋਵੇਂ ਹੀ ਇਸ ਗੱਲ ਨੂੰ ਇਹਨੂੰ ਤਾੜਨਾ ਕਰਨ ਕਿ ਇਹ ਜਿਹੜਾ ਫਰਮਾਨ ਜਾਰੀ ਕੀਤਾ ਉਹਨੂੰ ਵਾਪਸ ਲਿਆ ਜਾਏ, ਔਰ ਜੋ 1 ਸਾਲ ਦੀ ਮੰਗ ਕੀਤੀ ਹੈ ਚੀਫ ਮਿਨਿਸਟਰ ਨੇ, ਪੰਜਾਬ ਦੇ ਚੀਫ ਮਿਨਿਸਟਰ ਨੇ ਕਿ ਸਾਨੂੰ 1 ਸਾਲ ਦੀ ਹੋਰ ਮੋਹਲਤ ਦਿਓ। ਸਾਲ ਸੂਲ ਛੱਡੋ, ਪਹਿਲਾਂ ਇਹ ਸੀਜ਼ਨ ਦੀ ਤੇ ਗੱਲ ਕਰੋ, ਅਗਲੇ ਸਾਲ ਦੀ ਬਾਅਦ 'ਚ ਦੇਖ ਲਾਂਗੇ। ਕਿ ਕੈਪਟਨ ਸਾਹਿਬ ਚਿੱਠੀਆਂ ਤੇ ਜ਼ਿਆਦਾ ਭਰੋਸਾ ਕਰਦੇ ਆ, ਦਹਾੜ ਮਾਰਨ ਦੇ ਉੱਤੇ ਥੋੜਾ ਜਿਹਾ ਕਤਰਾਉਂਦੇ ਆ ਕਿ ਜਾਣੀ ਉਹ ਸ਼ੇਰ ਜਦੋਂ ਬੁੱਢਾ ਹੋ ਜਾਏ ਥੋੜਾ ਜਿਹਾ ਕਹਿੰਦਾ ਮੈਂ ਵੱਡੀ ਦਹਾੜ ਨਾ ਹੀ ਮਾਰਾਂ ਕਿ ਕਿਤੇ ਮਹਿੰਗੀ ਨਾ ਪੈ ਜਾਏ। ਬਿਲਕੁਲ ਨਹੀਂ ਇਹ ਗੱਲ ਹੈ। ਜੇ ਤੁਸੀਂ ਚੀਫ ਮਿਨਿਸਟਰ ਹੈ ਔਰ ਮਹਾਰਾਜੇ ਵੀ ਹੈ ਔਰ ਕੈਪਟਨ ਵੀ ਹੈ ਤੇ ਕੈਪਟਨ ਵਾਲਾ ਕੰਮ ਕਰੋ। ਇਹਦੇ ਵਿੱਚੋਂ ਅਕਾਲੀ ਦਲ ਬਾਹਰ ਆਇਆ ਤਾਂ ਕਿਤੇ ਨਾ ਕਿਤੇ ਗੱਲ ਚੱਲੀ ਕਿ ਅਕਾਲੀ ਦਲ ਹਿੰਦੁਸਤਾਨ ਦੀਆਂ ਖੇਤਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰੂਗਾ। ਤੁਸੀਂ ਇਸ ਤੇ ਕੀ ਟਿੱਪਣੀ ਕਰਨਾ ਚਾਹੋਗੇ? ਅਫਸੋਸ ਦੀ ਗੱਲ ਹੈ ਕਿ ਇਹਨਾਂ ਨੂੰ ਡਰਾਤਾ ਅਕਾਲੀਆਂ ਨੂੰ, ਕਿ ਇਹਨਾਂ ਨੂੰ ਕੋਈ ਬਲੈਕਮੇਲ ਕਰ ਰਿਹਾ, ਕਿ ਇਹ ਹੁਣ ਕੋਈ ਫਾਈਲਾਂ ਕੱਢ ਕੇ ਉਹਨਾਂ ਨੂੰ ਦਿਖਾ ਦਿੰਦੇ ਦਿੱਲੀ ਦੇ ਵਿੱਚ, ਇਹ ਤੇ ਇਹੋ ਹੀ ਜਾਣਨ। ਪਰ ਅੱਜ ਦੀ ਤਰੀਕ ਦੇ ਵਿੱਚ ਫਾਈਲਾਂ ਦਾ ਵੇਲਾ ਲੰਘ ਗਿਆ। ਰਾਜਨੀਤਿਕ ਸੱਤਾ 2 ਬੰਦਿਆਂ ਨੇ ਆਪਣੇ ਹੱਥ 'ਚ ਕੇਂਦਰੀਕਰਨ ਕਰ ਲਿਆ। ਕਿਸੇ ਦੀ ਕੀ ਜ਼ਰੂਰਤ ਹੈ ਪਾਰਟੀ ਦੇ ਅੰਦਰ ਜਾਂ ਕੈਬਨਿਟ ਦੇ ਵਿੱਚ ਕਿ ਮੋਦੀ ਜੀ ਦੇ ਵਿਰੁੱਧ ਜਾ ਕੇ ਉਹ ਆਪਣੀ ਗੱਲ ਵੀ ਕਹਿ ਸਕਦੇ, ਮੂੰਹ ਖੋਲ ਹੀ ਨਹੀਂ ਸਕਦਾ ਕਿਸੇ। ਇਹ ਕੇਂਦਰੀਕਰਨ ਹੋ ਚੁੱਕਾ, ਸਾਰਾ ਤੇ ਆਪਣੇ ਹੱਥ 'ਚ ਕਰ ਲਿਆ। ਵਿਰੋਧੀ ਪਾਰਟੀਆਂ ਸੁੱਤੀਆਂ ਪਈਆਂ। ਮੈਨੂੰ ਨਹੀਂ ਸਮਝ ਆਉਂਦੀ, ਜਦੋਂ ਜੁੱਤੀਆਂ ਪੈਣ ਲੱਗਣਗੀਆਂ ਕੱਲੇ ਬੰਦੇ ਨੂੰ ਫੜ ਕੇ ਜੇਲ੍ਹ 'ਚ ਸੁੱਟਣਗੇ, ਉਦੋਂ ਇਹ ਜਾਗਣਗੇ। ਇਸ ਲਈ ਇਹ ਖਤਰਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਡਾਕ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਦਰਸ਼ਕੋ, ਪੰਜਾਬ ਲਗਾਤਾਰ ਜੋ ਪੰਜਾਬ ਦੇ ਸਿਆਸੀ ਹਾਲਾਤ ਨੇ ਲਗਾਤਾਰ ਉਹ ਨਗਾਰ ਵੱਲ ਜਾ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਕਿਸਾਨੀ ਤੇ ਲਗਾਤਾਰ ਭਾਰਤ ਹਕੂਮਤ ਵੱਲੋਂ, ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ। ਚਾਹੇ ਗੱਲ ਕਰੀ ਜਾਵੇ ਜੋ 3 ਕਾਨੂੰਨ ਕੇਂਦਰ ਦੀ ਸਰਕਾਰ ਨੇ ਧੱਕੇ ਨਾਲ ਪੰਜਾਬ ਦੇ ਮੱਥੇ ਮੜੇ ਨੇ, ਚਾਹੇ ਚੁੱਪ ਚਪੀਤੇ ਖਾਦ ਦੀ DAP ਦਾ ਰੇਟ ਵਧਾਉਣਾ ਹੋ ਗਿਆ, ਤੇ ਇਸ ਨੂੰ ਲੈ ਕੇ ਜੋ ਇੱਕ ਪੰਜਾਬ ਸਰਕਾਰ ਨਾਲ ਟਾਈ ਫਸੀ ਹੋਈ ਹੈ ਕੇਂਦਰ ਸਰਕਾਰ ਦੀ, ਜਿਹਨੂੰ ਲੈ ਕੇ ਅੱਜ ਪੰਜਾਬ ਸਰਕਾਰ ਮੀਟਿੰਗ ਵੀ ਕਰਨ ਜਾ ਰਹੀ ਹੈ ਕਿ ਜੋ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੋਵੇਗੀ, ਉਹ ਕਿਤੇ ਨਾ ਕਿਤੇ ਪੇਚ ਫਸ ਗਿਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਵਿਚਾਲੇ। ਤੇ ਇਸ ਤੋਂ ਇਲਾਵਾ ਕਿਸਾਨੀ ਨਾਲ ਜੁੜੇ ਹੋਏ ਹੋਰ ਤਮਾਮ ਮਾਮਲੇ ਨੇ, ਜਿਹਨੂੰ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਇਹਨਾਂ ਮਾਮਲਿਆਂ ਤੇ ਪ੍ਰੋਫੈਸਰ ਮਨਜੀਤ ਸਿੰਘ ਨਾਲ। ਪ੍ਰੋਫੈਸਰ ਮਨਜੀਤ ਸਿੰਘ ਨੂੰ ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਹੋ, ਸੋਸ਼ਲ ਮੀਡੀਆ, TV ਜ਼ਰੀਏ, ਅਖਬਾਰਾਂ ਜ਼ਰੀਏ ਉਹਨਾਂ ਦੇ ਬਿਆਨ ਪੜ੍ਹਦੇ ਹੋ ਤੇ ਬੜੀ ਉਹਨਾਂ ਦੀ ਇੱਕ
ਟਿੱਪਣੀ ਹੁੰਦੀ ਹੈ ਬੜੀ ਉਹਨਾਂ ਦਾ ਇੱਕ ਐਨਾਲਾਈਜ਼ ਕਰਦੇ ਨੇ ਉਹ ਸਿਆਸਤ ਨੂੰ, ਤੇ ਜਿਵੇਂ ਉਹਨਾਂ ਦੇ ਅੰਕੜੇ ਜੋ ਸੱਚ ਹੋ ਨਿਬੜਦੇ ਨੇ। ਅੱਜ ਵੀ ਸਾਡੇ ਨਾਲ ਪੰਜਾਬੀ ਡਾਕ ਟੀਵੀ ਤੇ ਉਹ ਬਣੇ ਹੋਏ ਨੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਚੈਨਲ ਪੰਜਾਬੀ ਡਾਕ ਤੇ। ਬਹੁਤ ਬਹੁਤ ਧੰਨਵਾਦ ਪੰਗੂ ਜੀ। ਜੀ ਪ੍ਰੋਫੈਸਰ ਸਾਹਿਬ, ਜੋ ਇਹ ਪੇਜ ਫਸ ਗਿਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਵਿਚਾਲੇ, ਸੈਂਟਰ ਸਰਕਾਰ ਨੇ ਪੀਯੂਸ਼ ਗੋਇਲ ਨੇ ਇੱਕ ਚਿੱਠੀ ਵੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਸਖਤ ਤਾੜਨਾ ਵੀ ਕੀਤੀ ਹੈ ਕਿ ਤੁਸੀਂ ਸਿੱਧੀ ਅਦਾਇਗੀ ਨੂੰ ਅਪਲਾਈ ਕਰੋ, ਅਸੀਂ ਹੋਰ ਸਮਾਂ ਨਹੀਂ ਦੇ ਸਕਦੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਮਾਮਲੇ ਲੈ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਰੱਖੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਜੋ ਕਿਸਾਨੀ ਤੇ ਹਮਲੇ ਕੀਤੇ ਜਾ ਰਹੇ ਨੇ ਸੈਂਟਰ ਸਰਕਾਰ ਵੱਲੋਂ, ਕਿੱਥੋਂ ਤੱਕ ਇਹ ਅੱਗੇ ਜਾ ਕੇ ਨਿਬੜਨਗੇ? ਦੇਖੋ, ਇਹ ਬਦਤਮੀਜ਼ੀ ਦੀ ਇੰਤਹਾ ਹੈ। ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਰੁਲ ਰਹੇ ਆ, ਸ਼ਹੀਦ ਹੋ ਰਹੇ ਆ, ਔਰ ਇਹਨਾਂ ਦੀ ਅਜੇ ਵਲ ਜਿਹੜੀ ਆੜ ਤੇ ਵਲ ਗਏ ਨਹੀਂ। ਇਹੀ ਪੀਯੂਸ਼ ਗੋਇਲ ਕਿੰਨੀ ਦੇਰ ਉੱਥੇ ਵਿੱਚ ਬੈਠਾ ਰਿਹਾ, ਮੀਟਿੰਗਾਂ ਦੇ ਵਿੱਚ ਕੋਈ ਹੱਲ ਕੱਢਿਆ ਨਹੀਂ, ਸਵਾਏ ਜਿੱਦ ਤੋਂ। ਕੀ ਇਹਨਾਂ ਦੇ ਅੱਲੇ ਪੱਲੇ ਹੈਗਾ? ਯਾਨੀ ਕਿ ਇਹ ਦੇਸ਼ ਦੇ ਅੰਦਰ ਸੂਬਿਆਂ ਤੇ ਇਹੋ ਜਿਹਾ ਹਮਲਾ ਕਰਕੇ, ਕਿਸਾਨ ਮਜ਼ਦੂਰਾਂ ਤੇ ਹਮਲਾ ਕਰਕੇ ਇਹ ਸੋਚਦੇ ਆ ਕਿ ਰਾਜ ਕਰ ਲੈਣਗੇ। ਉਹ ਅਡਾਨੀ ਅਬਾਨੀ ਜਿਹਦੇ ਸਿਰ ਤੇ ਛਾਲਾਂ ਮਾਰਦੇ ਫਿਰਦੇ ਆ, ਇਹ ਕੀ ਉਹ ਘਰ ਘਰ ਜਾ ਕੇ ਲੋਕਾਂ ਨੂੰ ਸਮਝਾ ਪਾਉਣਗੇ? ਇੱਥੇ ਕੋਸ਼ਿਸ਼ ਕੀਤੀ ਪੰਗੂ, ਕਿੰਨੀ ਕੀਤੀ ਹੈ? ਇਹਨਾਂ ਦੇ ਸਾਰੇ 8 ਮਿਨਿਸਟਰਾਂ ਨੇ ਉੱਥੋਂ ਦਿੱਲੀ ਤੋਂ ਵੱਡੀਆਂ ਸਕਰੀਨਾਂ ਲਾ ਕੇ ਲੋਕਾਂ ਨੂੰ ਸੋ ਕਾਲਡ ਕੇ ਅਸੀਂ ਸਮਝਾ ਰਹੇ ਹਾਂ ਕਾਨੂੰਨ ਤੇ ਬਹੁਤ ਚੰਗੇ ਆ, ਆਮਦਨ ਵੀ ਦੁੱਗਣੀ ਹੋਊਗੀ। ਹੁਣ ਰਮੇਸ਼ ਚੰਦ ਨੇ ਵੀ ਕਹਿਤਾ, ਨੀਤੀ ਆਯੋਗ ਵਾਲੇ ਨੇ, ਆਮਦਨ ਦੁੱਗਣੀ ਤਾਂ ਹੋਊਗੀ ਜੇ ਕਾਨੂੰਨ ਲਾਗੂ ਕਰੋਗੇ। ਤੁਸੀਂ ਬਲੈਕਮੇਲ ਕਰਦੇ ਆ, ਧਮਕੀਆਂ ਦਿੰਦੇ ਆ। ਇਹ ਕੰਮ ਜਿਹੜਾ ਜਿਸ ਤਰੀਕੇ ਦਾ ਪਿਛਲੇ ਸਮੇਂ 'ਚ ਸ਼ੁਰੂ ਹੋਇਆ, ਉਹ ਤੇ ਕਿਤੇ ਵੀ ਮਾੜੀ ਮੋਟੀ ਪਿੱਛੇ ਹਟਣ ਲਈ ਜਾਂ ਉਹਨੂੰ ਰੀਵਿਊ ਕਰਨ ਲਈ ਸਰਕਾਰ ਤਿਆਰ ਹੀ ਨਹੀਂ ਹੈ। ਵਾਢੀ ਸ਼ੁਰੂ ਹੋ ਗਈ ਆ। 1 ਤਰੀਕ ਤੋਂ ਮੰਡੀਆਂ ਖੁੱਲਣੀਆਂ ਸੀ, ਕਰੋਨਾ ਕਰਕੇ 10 ਨੂੰ ਕਰਤੀਆਂ। 10 ਤਰੀਕ ਆਈ ਖੜੀ, ਅੱਜ ਪਹਿਲੀ ਹੋ ਗਈ। 10 ਆਈ ਖੜੀ, 10 'ਚ 10 ਦਿਨ ਤੇ ਐਵੇਂ ਲੰਘ ਜਾਣੇ ਆ। ਬਿਲਕੁਲ। ਔਰ ਉੱਪਰੋਂ ਚਿੱਠੀ ਕੱਢ ਦਿੱਤੀ ਹੈ 4 ਦਿਨ ਪਹਿਲਾਂ ਪੀਯੂਸ਼ ਗੋਇਲ ਨੇ ਕਿ ਸਿੱਧੀ ਅਦਾਇਗੀ ਹੋਗੀ। ਇਹਦਾ ਮਤਲਬ ਕਿ ਕੁਛ ਵੀ ਇਹ ਸਰਕਾਰ ਸਿੱਖਣਾ ਨਹੀਂ ਚਾਹੁੰਦੀ ਕਿ ਤੁਸੀਂ ਇੱਕ ਪਾਸੇ ਕਿਸਾਨੀ ਨੂੰ ਉਜਾੜਨਾ ਚਾਹੁੰਦੇ ਆ, ਦੂਜੇ ਪਾਸੇ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਹਮਲਾ ਕਰ ਰਹੇ ਆ। ਤੁਹਾਡਾ ਅਧਿਕਾਰ ਖੇਤਰ ਨਹੀਂ ਸੀ ਕਾਨੂੰਨ ਬਣਾਉਣ ਦਾ। ਬਣਦਾ ਇਹ ਹੈ ਕਿ ਇਹ ਆ ਕੇ ਮਾਫੀ ਮੰਗਣ ਕਿਸਾਨਾਂ ਤੋਂ, ਸਰਕਾਰਾਂ ਤੋਂ, ਪੰਜਾਬ ਹਰਿਆਣਾ ਸਰਕਾਰ ਤੋਂ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ ਕਿ ਦੇਖੋ ਅਸੀਂ ਤੁਹਾਡੇ ਨਾਲ ਧੱਕਾ ਕੀਤਾ, ਸਾਨੂੰ ਮਾਫ ਕਰੋ। ਕਾਂ ਤੋਂ ਜੋ ਵੀ ਕਾਨੂੰਨ ਬਣੂਗਾ ਤੁਹਾਡੀ ਜਿਹੜੀ ਆ ਉਹ ਸਹਿਮਤੀ ਦੇ ਨਾਲ ਬਣੂਗਾ, ਤੁਹਾਡੇ ਨਾਲ ਰਾਏ ਕਰਕੇ ਬਣੂਗਾ। ਇਹ ਨਹੀਂ ਕਰ ਰਹੇ ਹੈਗੇ, ਧੌਂਸ ਦੇ ਰਹੇ ਹੈ। ਤਾਂ ਫਿਰ ਕੀ ਹੋਊਗਾ? ਉਹਦਾ ਰਿਜ਼ਲਟ ਕੀ ਹੋਊਗਾ? ਲੋਕਾਂ ਦੇ ਵਿੱਚ ਕੀ ਲੋਕ ਇਹਨਾਂ ਦੇ ਗਲ ਹਾਰ ਪਾਉਣਗੇ ਕਿ ਹਾਂ ਠੀਕ ਹੈ ਤੁਸੀਂ ਜੋ ਕਰਨਾ ਕਰੀ ਚੱਲੋ? ਲੋਕਾਂ ਦੇ ਗੁੱਸੇ ਨੂੰ ਦੇਖਣ, ਲੋਕਾਂ ਦੇ ਅਸੰਤੋਸ਼ ਨੂੰ ਦੇਖਣ, ਔਰ ਇਸ ਸਾਰੇ ਕੁਝ ਦੇ ਦੌਰਾਨ ਕਿਸਾਨਾਂ ਦੀ ਹਿੰਮਤ ਤੇ ਉਹਨਾਂ ਦਾ ਪੁਰਅਮਨ ਪ੍ਰੋਟੈਸਟ ਨੂੰ ਸਮਝ ਲੈਣ ਕਿ ਉਹਦੀ ਜਿਹੜੀ ਸ਼ਕਤੀ ਹੈ ਉਸ ਨੂੰ ਇਹ ਪੇਤਲਾ ਨਹੀਂ ਕਰ ਸਕਦੇ, ਉਸ ਨੂੰ ਇਹ ਘਟਾ ਜਾਂ ਕਮਜ਼ੋਰ ਨਹੀਂ ਕਰ ਸਕਦੇ, ਕਿਉਂਕਿ ਉਹ ਸੱਚ ਦੀ ਲੜਾਈ ਆ, ਇਨਸਾਫ ਦੀ ਲੜਾਈ ਹੈ, ਬਚਾਓ ਦੀ ਲੜਾਈ ਹੈ, ਆਉਣ ਵਾਲੇ ਕਿਸਾਨਾਂ ਦੇ ਬੱਚਿਆਂ ਦੇ ਭਵਿੱਖ ਦੀ ਲੜਾਈ ਹੈ। ਜੇ ਇਹਨਾਂ ਨੇ ਇਸੇ ਤਰੀਕੇ ਦੇ ਨਾਲ ਇਹੋ ਜਿਹਾ ਰੌਲਾ ਜਾਰੀ ਰੱਖਿਆ ਤਾਂ ਲੋਕ ਵੱਡੇ ਪੱਧਰ ਤੇ ਬਾਗੀ ਸੁਰਾਂ ਤਿੱਖੀਆਂ ਕਰਨਗੇ, ਜਿਹਦਾ ਸੇਕ ਦਿੱਲੀ ਨੂੰ ਪਹਿਲਾਂ ਵੀ ਲੱਗ ਰਿਹਾ ਤੇ ਹੋਰ ਲੱਗੂਗਾ। ਇਸ ਲਈ ਇਹ ਜਿਹੜਾ ਇਹਨਾਂ ਨੇ ਫਰਮਾਨ ਜਾਰੀ ਕੀਤਾ ਉੱਥੋਂ, ਜਿਹਨੂੰ ਡਿਕਰੀ ਕਹਿੰਦੇ ਆ, ਉਸ ਨੂੰ ਵਾਪਸ ਲੈਣਾ ਚਾਹੀਦਾ। ਦੂਜੇ ਪਾਸੇ ਮੈਂ ਦੂਜੀ ਗੱਲ ਵੀ, ਤੁਹਾਡੀ ਗੱਲ ਥੋੜੀ ਲੰਬੀ ਹੋ ਗਈ ਪਰ ਮੈਂ ਦੂਜੇ ਪਾਸੇ ਵੀ ਦੱਸ। ਕੱਲ ਜਿਹੜੀ ਕੈਬਨਿਟ ਦੀ ਗੁਰਜੰਟ ਜੀ ਉਹਦੇ 'ਚ ਮੀਟਿੰਗ ਹੋਈ ਹੈ, ਉਹਦੇ 'ਚ ਉਸ ਮੀਟਿੰਗ ਦੇ ਵਿੱਚ ਕੁਝ ਮਿਨਿਸਟਰਾਂ ਨੇ ਇਹ ਕਿਹਾ ਕਿ ਚੀਫ ਮਿਨਿਸਟਰ ਸਾਹਿਬ ਚਿੱਠੀਆਂ ਦਾ ਵੇਲਾ ਲੰਘ ਗਿਆ, ਤੁਸੀਂ ਟਾਈਮ ਮੰਗਦੇ ਫਿਰਦੇ ਆ ਪ੍ਰਧਾਨ ਮੰਤਰੀ ਤੋਂ ਜਾਂ ਉੱਥੇ ਹੋਮ ਮਿਨਿਸਟਰ ਤੋਂ, ਉਹ ਵੇਲਾ ਲੰਘ ਗਿਆ। ਮੈਦਾਨ ਨੇ ਯੰਗ ਉਹਦੇ ਵਿੱਚ ਉਤਰ ਆਓ, ਤੁਸੀਂ ਜਾ ਕੇ ਸਿੱਧਾ ਪ੍ਰਧਾਨ ਮੰਤਰੀ ਦੇ ਕੋਠੀ ਸਾਹਮਣੇ ਧਰਨਾ ਦੇ ਦਿਓ। ਅੱਗੇ ਉੱਥੇ ਜੰਤਰ ਮੰਤਰ ਤੇ ਬਥੇਰਾ ਇਹਨਾਂ ਦੇ ਐਮਪੀਆਂ ਨੇ ਧਰਨਾ ਦਿੱਤਾ ਕਿ ਜੇ ਤੁਸੀਂ ਕਿਸਾਨਾਂ ਵਾਂਗੂ ਇੱਕ ਦਹਾੜ ਨਹੀਂ ਮਾਰੋਗੇ ਤੇ ਟਾਈਮ ਤੇ ਹੈ ਹੀ ਨਹੀਂ, ਹੁਣ ਕਿਤੇ ਗੱਲਾਂ ਕਰਨ ਦਾ ਟਾਈਮ ਆ। ਇਹਦਾ ਮਤਲਬ ਉਹਨਾਂ ਦੀ ਤਬਾਹ ਵਿਗੜੀ ਬਹੁਤ ਆ, ਦਿੱਲੀ ਦੀ ਤਬਾਹ ਵਿਗੜੀ ਬਹੁਤ ਆ। ਤੁਹਾਡੀ ਇਹ ਜ਼ੁਰਤ ਆ ਕਿ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਜਗ੍ਹਾ ਧੌਂਸ ਦਿਖਾ ਰਹੇ ਆ ਕਿ ਅਸੀਂ ਸਿੱਧੀਆਂ ਅਦਾਇਗੀਆਂ ਕਰਾਂਗੇ।
ਉਹਦੇ ਵਿੱਚ ਜਿਹੜੇ ਸਾਡੇ ਆੜਤੀਏ ਵੀਰ ਆ ਉਹਨਾਂ ਨੇ ਆਲਰੇਡੀ ਕਹਿ ਦਿੱਤਾ, ਉਹ ਤੇ ਪਹਿਲਾਂ ਹੀ ਪਿਛਲੇ ਮਹੀਨੇ ਤੋਂ ਹੀ ਬੈਠੇ ਹੋਏ ਆ ਇਸ ਗੱਲ ਦੇ ਉੱਤੇ ਕਿ ਕਾਰੋਬਾਰ ਬੰਦ ਕਰਕੇ ਬੈਠੇ ਆ ਜੀ। ਰੁਲ ਜਾਣਗੇ ਕਿਸਾਨ, ਰੁਲ ਜਾਊਗੀ ਕਿਸਾਨ ਦੀ ਫਸਲ, ਰੁਲ ਜਾਣਗੇ ਬਾਕੀ ਵੀ ਜਿਹੜੀ ਸਾਡੀ ਸਾਰਾ ਸਿਸਟਮ ਇੰਨੇ ਦੇਰ ਦਾ ਮੰਡੀਕਰਨ ਦਾ ਸਿਸਟਮ ਆ। ਇਸ ਦੀ ਜਿਹੜੀ ਸੈਂਸਿਟਿਵਿਟੀ ਨੂੰ ਸਮਝ ਕੇ, ਸੰਵੇਦਨਸ਼ੀਲਤਾ ਨੂੰ ਸਮਝ ਕੇ ਅਸੀਂ ਫਿਰ ਇੱਕ ਵਾਰੀ ਰਿਕੁਐਸਟ ਕਰਦੇ ਹਾਂ ਸੈਂਟਰ ਦੀ ਸਰਕਾਰ ਨੂੰ, ਪਿਊਸ਼ ਗੋਇਲ ਨੂੰ ਛੱਡੋ, ਪਿਊਸ਼ ਗੋਇਲ ਕੋਈ ਚੀਜ਼ ਨਹੀਂ ਆ, ਉੱਥੇ ਹੋਮ ਮਿਨਿਸਟਰ ਤੇ ਮੋਦੀ ਹੈਗੇ ਆ ਜੀ, ਉਹ ਦੋਵੇਂ ਹੀ ਇਸ ਗੱਲ ਨੂੰ ਇਹਨੂੰ ਤਾੜਨਾ ਕਰਨ ਕਿ ਇਹ ਜਿਹੜਾ ਫਰਮਾਨ ਜਾਰੀ ਕੀਤਾ ਉਹਨੂੰ ਵਾਪਸ ਲਿਆ ਜਾਏ, ਔਰ ਜੋ 1 ਸਾਲ ਦੀ ਮੰਗ ਕੀਤੀ ਹੈ ਚੀਫ ਮਿਨਿਸਟਰ ਨੇ, ਪੰਜਾਬ ਦੇ ਚੀਫ ਮਿਨਿਸਟਰ ਨੇ ਕਿ ਸਾਨੂੰ 1 ਸਾਲ ਦੀ ਹੋਰ ਮੋਹਲਤ ਦਿਓ, ਸਾਲ ਸੂਲ ਛੱਡੋ, ਪਹਿਲਾਂ ਇਹ ਸੀਜ਼ਨ ਦੀ ਤੇ ਗੱਲ ਕਰੋ, ਅਗਲੇ ਸਾਲ ਦੀ ਬਾਅਦ 'ਚ ਦੇਖ ਲਾਂਗੇ। ਜੇ ਉਹ 1 ਅੱਧੇ ਦਿਨ 'ਚ ਵਾਪਸ ਨਹੀਂ ਲੈਂਦੇ, ਮੇਰਾ ਖਿਆਲ ਹੈ ਕਿ ਪੰਜਾਬ ਦੀ ਸਮੁੱਚੀ ਕੈਬਨਿਟ ਨੂੰ ਤੇ ਸਮੁੱਚੇ ਐਮਐਲਏ ਨੂੰ ਉੱਥੇ ਜਾ ਕੇ ਬੈਠਣਾ ਚਾਹੀਦਾ ਤਾਂ ਕਿ ਪਤਾ ਲੱਗ ਜਾਏ ਕਿ ਥੱਲੇ ਜਿਹੜੇ ਆ ਗਰਮੈਸ਼ ਕਿੰਨੀ ਹੈਗੀ ਆ। ਹਾਂਜੀ ਪੰਗੂ ਜੀ। ਪ੍ਰੋਫੈਸਰ ਸਾਹਿਬ, ਮੈਂ ਜੋ ਇਹ 27 ਮਾਰਚ ਨੂੰ ਪਿਊਸ਼ ਗੋਇਲ ਨੇ ਚਿੱਠੀ ਲਿਖੀ ਸੀ ਪੰਜਾਬ ਸਰਕਾਰ ਨੂੰ, ਮੈਂ ਇਹਨੂੰ ਇੱਕ ਇਸ ਗੱਲ ਨਾਲ ਵੀ ਦੇਖਦਾ ਕਿ ਉਹਨਾਂ ਨੇ ਸਖਤ ਤਾੜਨਾ ਕੀਤੀ ਹੈ ਕਿ ਅਸੀਂ ਹੋਰ ਮੌਲਤ ਨਹੀਂ ਤੁਹਾਨੂੰ ਦੇ ਸਕਦੇ, ਤੁਸੀਂ ਇਹਨੂੰ ਫਾਰਮੂਲੇ ਨੂੰ ਲਾਗੂ ਕਰੋ। ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਇਸ ਗੱਲ ਨੂੰ ਲੈ ਕੇ ਇੱਕ ਇਹ ਗੁੱਸਾ ਵੀ ਪੰਜਾਬ ਸਰਕਾਰ ਪ੍ਰਤੀ ਜ਼ਾਹਰ ਹੁੰਦਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਕਿ ਤੁਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਸਾਡੇ ਇਹ ਬਰੂਹਾਂ ਤੇ ਆ ਗਏ। ਜਦੋਂ ਕਿ ਖੱਟਰ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਗੁੱਸਾ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਇੱਕ ਤਰ੍ਹਾਂ ਦਾ ਉਹ ਕੱਢ ਰਹੇ ਨੇ ਕਿ ਇੱਦਾਂ ਹੋ ਸਕਦਾ। ਪੰਗੂ ਕੀ ਕੈਪਟਨ ਸਾਹਿਬ ਨੇ ਉਹਨਾਂ ਦੇ ਛੋਲੇ ਪੁੱਟ ਲਏ ਆ ਵੀ ਉਹਨਾਂ ਨੂੰ ਗੁੱਸਾ ਆਇਆ? ਮੈਨੂੰ ਇਹ ਦੱਸੋ, ਕੀ ਇਹਨਾਂ ਦਾ ਵਿਗਾੜਿਆ? ਉਹ ਤੇ ਇੱਕ ਤੇ ਚੋਰ ਆ, ਨਾਲੇ ਚਤਰ ਬਣ ਰਹੇ ਆ। ਨਹੀਂ, ਜਿਵੇਂ ਲਗਾਤਾਰ ਉਹ ਲਗਾਤਾਰ ਨਹੀਂ ਗੁਰਜੰਟ ਪੰਗੂ ਜੀ, ਮੇਰੀ ਕਹਿਣ ਦਾ ਮੇਰਾ ਹੈਗਾ ਕਿ ਇਹ ਉਹਨਾਂ ਦੀ ਬਦਤਮੀਜ਼ੀ, ਮੈਂ ਤਾਂ ਸ਼ੁਰੂ 'ਚ ਹੀ ਕਿਹਾ ਕਿ ਇੱਕ ਤੇ ਤੁਸੀਂ ਗਲਤ ਕੰਮ ਕਰ ਰਹੇ ਆ, ਜਿਹੜਾ ਤੁਹਾਡਾ ਅਧਿਕਾਰ ਖੇਤਰ ਨਹੀਂ ਉਹਦੇ 'ਚ ਕਾਨੂੰਨ ਬਣਾ ਰਹੇ ਆ, ਧੱਕੇ ਨਾਲ ਰਾਜ ਸਭਾ 'ਚੋਂ ਪਾਸ ਕਰਾ ਰਹੇ ਆ ਵਿਦਆਊਟ ਡਿਵੀਜ਼ਨ ਵੋਟ, ਫਿਰ ਤੁਸੀਂ ਕੋਰਟ ਨੂੰ ਲੋਕਾਂ ਦੇ ਪਿੱਛੇ ਪਾਤਾ। ਯਾਨੀ ਕੋਈ ਤੇ ਕੋਰਟਾਂ ਦਾ ਵੀ ਸਰਿਆ ਪਿਆ, ਮੈਨੂੰ ਤਾਂ ਲੱਗਦਾ ਕੋਰਟ ਨੂੰ ਸੂਹ ਮੁੱਟ ਲੈਣਾ ਚਾਹੀਦਾ, ਕੋਰਟ ਨੂੰ ਇਹ ਸਾਰੇ ਤਿੰਨੇ ਕਾਨੂੰਨ ਰੱਦ ਕਰਨੇ ਚਾਹੀਦੇ ਸੁਪਰੀਮ ਕੋਰਟ ਨੂੰ, ਕਿਉਂਕਿ ਇਹ ਗੈਰ ਕਾਨੂੰਨ ਆ। ਰਾਜ ਸਭਾ 'ਚ ਵੋਟਾਂ ਦੀ ਡਿਵੀਜ਼ਨ ਹੋਈ ਨਹੀਂ, ਜਦਕਿ ਆਪੋਜੀਸ਼ਨ ਔਨ ਰਿਕਾਰਡ ਹੈਗਾ। ਬਿਲਕੁਲ, ਇਹ ਕੋਰਟਾਂ ਵੀ ਲੋਕਾਂ ਦੇ ਨਾਲ, ਲੋਕਾਂ ਨਹੀਂ ਇਨਸਾਫ ਦੇ ਨਾਲ ਨਹੀਂ ਖੜਨਗੀਆਂ, ਕਾਨੂੰਨ ਦੇ ਨਾਲ ਨਹੀਂ ਖੜਨਗੀਆਂ। ਇਹ ਜਿਹੜੀ ਸਰਕਾਰ ਆ ਉਹ ਲੋਕਾਂ ਨਾਲ ਲਗਾਤਾਰ ਇਹੋ ਜਿਹਾ ਧਮਕੀਆਂ ਭਰੀਆਂ ਚਿੱਠੀਆਂ ਲਿਖਣਗੇ ਕਿ ਤੁਸੀਂ ਕਰੋ ਜੋ ਕਰਨਾ, ਪੈਸਾ ਤੇ ਸਾਡਾ, ਸੀਸੀ ਲਿਮਿਟ ਸਾਡੀ ਆਉਣੀ ਹੈ, ਸੀਸੀਐਲ ਲਿਮਿਟ, ਤਾਂ ਉਹਦੇ ਲਈ ਇਹ ਸੂਬੇ ਦੀ ਸਰਕਾਰ ਦੀ ਜੇ ਬਾਂਹ ਮਰੋੜਨ ਦੀ ਗੱਲ ਆ। ਅਸੀਂ ਕੋਈ ਕਾਂਗਰਸੀ ਨਹੀਂ, ਨਾ ਕਾਂਗਰਸ ਦੇ ਨਾਲ ਹੈਗੇ ਆ, ਕਾਂਗਰਸ ਨੇ ਬਥੇਰਾ ਜੋ ਬਾਕੀ ਦੇ ਕਰ ਰਹੇ ਉਹਨਾਂ ਨੇ ਵੀ ਬਥੇਰਾ ਕੁਝ ਕੀਤਾ, ਪਰ ਕਿਉਂਕਿ ਮੌਜੂਦਾ ਕਾਂਗਰਸ ਦੀ ਸਰਕਾਰ ਆ, ਅਸੀਂ ਇਹ ਸਰਕਾਰ ਨੂੰ ਕਹਿੰਦੇ ਆ ਕਿ ਜਾ ਕੇ ਜੇ ਤੁਹਾਡੀ ਉਹ ਗੱਲ ਚੱਲਣ ਹੀ ਨਹੀਂ ਦੇ ਰਹੇ ਤੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਅਸਰਸ਼ਨ ਕਦੋਂ ਕਰਨੀ ਆ? ਜਾ ਕੇ ਉਹਨਾਂ ਦੇ ਬਰੂਹਾਂ ਤੇ ਬੈਠੋ, ਕਿਸਾਨ ਤੁਹਾਡੇ ਨਾਲ ਆ, ਔਰ ਇਹ ਅਸੀਂ ਅਨਾਜ ਦਾਣੇ ਰੋਲ ਨਹੀਂ ਦੇਣੇ। ਜਿਵੇਂ ਪਿਛਲੀ ਸਰਕਾਰ ਜਦੋਂ ਕੈਪਟਨ ਦੀ ਸੀ ਉਦੋਂ ਬਹੁਤ ਸੋਹਣਾ ਜਿਹੜੀ ਘੱਟੋ ਘੱਟ ਜਿਹੜੀ ਬਚਾਉਣ ਦਾ ਕੰਮ ਸੀ, ਮੰਡੀਕਰਨ ਦਾ ਕੰਮ ਸੀ, ਉਹ ਬੜਾ ਸਮੂਥਲੀ ਹੋਇਆ ਸੀ ਤੇ ਲੋਕਾਂ ਨੇ ਉਸ ਗੱਲ ਦੀ ਬੜੀ ਤਾਰੀਫ ਕੀਤੀ ਸੀ। ਇਸ ਵਾਰੀ ਵੀ ਇਹ ਆਖਰੀ ਸਾਲ ਦੇ ਵਿੱਚ ਇਹੋ ਜਿਹੇ ਅੜਿੱਕੇ ਨਹੀਂ ਪੈਣੇ ਚਾਹੀਦੇ, ਔਰ ਜੇ ਇਹਨਾਂ ਨੂੰ ਆਪਣੇ ਲੱਤਾਂ ਕੰਬਦੀਆਂ ਲੱਗਦੀਆਂ ਗਾਂਹ ਤੁਰਦਿਆਂ ਨੂੰ ਕੁਛ ਇਹੋ ਜਿਹੀਆਂ ਕਨਸੂਮਾਂ ਵੀ ਆ ਰਹੀਆਂ ਕਿ ਕੈਪਟਨ ਸਾਹਿਬ ਚਿੱਠੀਆਂ ਤੇ ਜ਼ਿਆਦਾ ਭਰੋਸਾ ਕਰਦੇ ਆ, ਦਹਾੜ ਮਾਰਨ ਦੇ ਉੱਤੇ ਥੋੜਾ ਜਿਹਾ ਕਤਰਾਉਂਦੇ ਆ ਕਿ ਜਾਣੀ ਉਹ ਸ਼ੇਰ ਜਦੋਂ ਬੁੱਢਾ ਹੋ ਜਾਏ ਥੋੜਾ ਜਿਹਾ ਕਹਿੰਦਾ ਮੈਂ ਵੱਡੀ ਦਹਾੜ ਨਾ ਹੀ ਮਾਰਾਂ, ਕਿਤੇ ਮਹਿੰਗੀ ਨਾ ਪੈ ਜਾਏ। ਬਿਲਕੁਲ ਨਹੀਂ ਇਹ ਗੱਲ ਹੈ। ਜੇ ਤੁਸੀਂ ਚੀਫ ਮਿਨਿਸਟਰ ਹੈ ਔਰ ਮਹਾਰਾਜੇ ਵੀ ਹੈ ਔਰ ਕੈਪਟਨ ਵੀ ਹੈ ਤੇ ਕੈਪਟਨ ਵਾਲਾ ਕੰਮ ਕਰੋ, ਔਰ ਉੱਥੇ ਤੁਹਾਡੀ ਦਿੱਲੀ ਦੇ ਵਿੱਚ ਕਾਂਗਰਸ ਦੀ ਬਥੇਰੇ ਕਾਡਰ ਹੈਗੇ ਆ, ਸਾਰਿਆਂ ਨੂੰ ਨਾਲ ਲਓ, ਉੱਥੇ 5-4 ਹਜ਼ਾਰ ਬੰਦੇ ਨੂੰ ਨਾਲ ਲਓ, ਇੱਧਰੋਂ ਤੁਸੀਂ ਲੀਡ ਕਰੋ ਉਹਨਾਂ ਦਾ ਜੋ, ਜੇ ਤੁਹਾਡੀ ਅਰੈਸਟ ਹੁੰਦੀ ਹੈ ਤੇ ਦਿਓ, ਕਿਉਂ ਨਹੀਂ ਦੇਣੀ ਹੈ? ਗਾਂ ਚੋਣਾਂ ਸਿਰ ਤੇ ਆਈਆਂ, ਨਾਲੇ ਪਤਾ ਲੱਗ ਜੂਗਾ ਕਿਹੜਾ ਕਿਸਾਨਾਂ ਨਾਲ ਖਲੋਂਦਾ ਕਿਹੜਾ ਨਹੀਂ ਖਲੋਂਦਾ। ਜੇ ਨਹੀਂ ਕਰਨਾ ਤੇ ਫਿਰ ਤੁਸੀਂ ਲੋਕਾਂ ਤੋਂ ਵੋਟਾਂ ਦੀਆਂ ਉਮੀਦਾਂ ਨਾ ਕਰਿਓ। ਹਾਂਜੀ ਪੰਕੂ ਜੀ। ਪ੍ਰੋਫੈਸਰ ਸਾਹਿਬ, ਮੈਂ ਇਸ ਗੱਲ ਨੂੰ ਸਮਝਣਾ ਚਾਹੁੰਦਾ, ਤੁਸੀਂ ਬੁੱਧੀਜੀਵੀ ਹੋ ਤੇ ਕਿਤਾਬਾਂ ਨਾਲ ਵਾਹ ਵਾਸਤਾ, ਅਖਬਾਰਾਂ ਨਾਲ ਵਾਹ ਵਾਸਤਾ, ਲਗਾਤਾਰ ਤੁਸੀਂ ਡੂੰਘਾਈ ਦੇ ਵਿੱਚ ਜਾ ਕੇ ਪੜ੍ਹਦੇ ਵੀ ਤੇ ਸਰਕਾਰਾਂ ਦੇ ਲਗਾਤਾਰ ਜੋ ਕੰਮਕਾਜ ਨੇ ਕਈ ਸਾਲਾਂ ਤੋਂ ਤੁਸੀਂ ਦੇਖਦੇ ਆ ਰਹੇ ਹੋ।
ਜੋ ਕੇਂਦਰ ਸਰਕਾਰ ਸੂਬੇ ਦੀਆਂ ਸ਼ਕਤੀਆਂ ਦਾ ਕੇਂਦਰੀਕਰਨ ਤੇ ਲੱਗਿਆ ਹੋਇਆ, ਕੇਂਦਰੀਕਰਨ ਕਰਨ ਤੇ, ਦੂਜਾ ਜੋ ਸੂਬੇ ਦੇ ਵੱਧ ਅਧਿਕਾਰ ਨੇ ਲਗਾਤਾਰ ਕੇਂਦਰ ਇਹਨਾਂ ਤੇ ਡਾਕੇ ਮਾਰ ਰਿਹਾ। ਤੇ ਤੁਸੀਂ ਵੀ ਜ਼ਿਕਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੇਰਵਾ ਦੇ ਕੇ ਵੀ ਕੰਨੀ ਕਤਰਾਉਂਦੇ ਨੇ, ਸ਼ਾਇਦ ਵੀ ਸ਼ੇਰ ਬੁੱਢਾ ਹੋ ਗਿਆ। ਤਾਂ ਫਿਰ ਇਸ ਚੀਜ਼ ਦਾ ਹੱਲ ਕੀ ਹੈ? ਲਗਾਤਾਰ ਉਹ ਖਾਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਟਾਰਗੇਟ ਕਰ ਰਹੇ ਨੇ ਤੇ ਸੂਬੇ ਦੇ ਵੱਧ ਅਧਿਕਾਰਾਂ ਤੇ ਡਾਕੇ ਮਾਰ ਰਹੇ ਨੇ, ਕੇਂਦਰ ਸਰਕਾਰ ਆਪਣਾ ਜ਼ੋਰ ਅਜ਼ਮਾਈ ਕਰ ਰਹੀ ਹੈ। ਤਾਂ ਫਿਰ ਇਸ ਚੀਜ਼ ਦਾ ਹੱਲ ਕੀ ਹੈ? ਪੰਗੂ ਜੀ, ਗੱਲ ਬੜੀ ਸਾਫ਼ ਆ। ਇਹ ਫੈਸਲਾ ਹੁਣ ਕਰਨ ਲਈ ਆ ਗਿਆ ਕਿ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ, ਦੇਖੋ ਬੀਜੇਪੀ ਦੀਆਂ ਸਰਕਾਰਾਂ ਤੇ ਆਪਣੇ ਮਾਲਕਾਂ ਦੇ ਨਾਲ ਰਹਿਣਗੀਆਂ। ਉਹ ਆਪਣੇ ਆਪ ਨੂੰ ਮਾਲਕ ਸਮਝਦੇ ਆ ਦੇਸ਼ ਦੇ। ਜਿਹੜੇ ਮੋਦੀ, ਅਮਿਤ ਸ਼ਾਹ, ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਹੀਂ ਸਮਝਦੇ। ਉਹ ਸਮਝਦੇ ਕਿ ਜਿਸ ਤਰ੍ਹਾਂ ਅਸੀਂ ਚਲਾਵਾਂਗੇ ਦੇਸ਼ ਉਂਝ ਚੱਲਣਾ ਚਾਹੀਦਾ। ਦੇਸ਼ ਪਿਛਲੇ ਇਸ਼ਾਰਿਆਂ ਤੇ, ਅਡਾਨੀ ਅਬਾਨੀਆਂ ਦੇ ਇਸ਼ਾਰਿਆਂ ਤੇ ਉਹ ਆਪਣੇ ਆਪ ਨੂੰ ਸਮਝਦੇ ਕਿ ਬਾਹਰ ਹੀ ਜਿਹੜੇ ਅਗਲੇ ਚਿਹਰੇ ਆ ਉਹ ਸਾਡੇ ਕੋਲ ਚਾਬੀਆਂ ਪੂਰੀ ਦੇਸ਼ ਦੀ ਸੱਤਾ ਦੀਆਂ, ਤੇ ਅਸੀਂ ਸਾਰਿਆਂ ਨੂੰ ਸੱਤਾ ਵੰਡਦੇ ਹਾਂ, ਬਖਸ਼ੀਸ਼ ਦਿੰਦੇ ਹਾਂ ਇਸ ਕਿਸਮ ਦੀ। ਤੇ ਜੇ ਜਿਸ ਤਰ੍ਹਾਂ ਮਹਾਰਾਜਾ ਹੁੰਦਾ ਸੀ, ਐਂਪਰਰ ਹੁੰਦਾ ਸੀ, ਉਹ ਰਾਜਿਆਂ ਦੇ ਜਿਹਦੇ ਪਿੱਛੇ ਖੜਾ ਹੋਏ ਉਹਦਾ ਰਾਜ ਸੀ, ਜਿਹਦੇ ਤੇ ਵੀ ਵਿਰੁੱਧ ਕੋਈ ਮੜ ਜਾ ਐਕਸ਼ਨ ਲੈਣਾ ਮਿੰਟ 'ਚ ਹੁੰਦੀ। ਇਹੀ ਹਾਲਤ ਹੈ। ਕੋਈ ਡੈਮੋਕ੍ਰੇਸੀ ਵਾਲੀ ਹਾਲਾਤ ਨਹੀਂ, ਕਾਨੂੰਨ ਦੀ ਹਾਲਾਤ ਨਹੀਂ ਹੈ। ਉਹਨਾਂ ਸਰਕਾਰਾਂ ਨੂੰ ਛੱਡ ਦਿਓ। ਜਿਹੜੀਆਂ ਬਾਕੀ ਦੀਆਂ ਸਰਕਾਰਾਂ ਆ, ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਜਾਂ ਨਾਨ ਬੀਜੇਪੀ ਸਰਕਾਰਾਂ, ਜਿਵੇਂ ਮਮਤਾ ਬੈਨਰਜੀ ਨੇ ਵੀ ਉਹਨਾਂ ਨੂੰ ਚਿੱਠੀ ਲਿਖ ਕੇ ਵੰਗਾਰਿਆ, ਕਿਹਾ ਕਿ ਇਕੱਠੇ ਹੋ ਜਾਓ। ਮੈਂ ਇੱਥੇ ਦੇਖ ਰਹੀ ਹਾਂ ਕਿ ਕੀ ਨੰਗਾ ਨਾਚ ਇੱਥੇ ਪੈਸੇ ਦਾ, ਦਾਦਾਗਿਰੀ ਦਾ, ਗੁੰਡਾਗਰਦੀ ਦਾ ਚੱਲ ਰਿਹਾ, ਤੇ ਫਿਰਕੂ ਭਾਵਨਾ ਨੂੰ ਜਿਹੜਾ ਅੱਗ ਲਾਈ ਜਾ ਰਹੀ ਆ। ਪੱਛਮੀ ਬੰਗਾਲ ਜਿਹੜਾ ਅੱਜ ਤੱਕ ਸ਼ਾਂਤ ਸੀਗਾ, ਉਸਨੇ ਜਿਹੜੀ ਚਿੱਠੀ ਲਿਖੀ ਆ 3 ਸਫ਼ਿਆਂ ਦੀ, ਉਹ ਬੜੇ ਦੁਖੀ ਹੋ ਕੇ ਲਿਖੀ ਆ। ਉਹਦੀ ਭਾਵਨਾ ਨੂੰ ਸਮਝੋ। ਔਰ ਜਿਹੜੇ ਹੁਣ ਗਾਂ ਹੋਰ ਆਪਣੀਆਂ ਮੁੱਛਾਂ ਨੂੰ ਤਾ ਦੇਈ ਫਿਰਦੇ ਆ ਵੀ ਸਾਲ ਤੱਕ ਅਸੀਂ ਦੁਬਾਰਾ ਸੱਤਾ 'ਚ ਆਉਣਾ, ਉਹ ਸੱਤਾ ਸੁੱਤਾ ਨਹੀਂ ਤੁਹਾਨੂੰ ਮਿਲਣੀ। ਹੁਣ ਉਹ ਸੱਤਾ ਪੁਰਾਣੇ ਸਿਸਟਮ ਗਏ ਕਿ ਜਦੋਂ ਸ਼ਾਂਤਮਈ ਢੰਗ ਦੇ ਨਾਲ ਤੁਸੀਂ ਗੱਡੀਆਂ ਤੇ ਬਹਿ ਕੇ ਮਗਰੋਂ 5 ਸਾਲ ਆਪਣੀਆਂ ਮੌਜਾਂ ਕਰਦੇ ਸੀ ਤੇ ਫਿਰ ਅਗਲੇ 5 ਸਾਲਾਂ ਲਈ ਫਿਰ ਤਿਆਰੀਆਂ ਕਰ ਲੈਂਦੇ ਸੀ। ਲੋਕਾਂ ਦੇ ਮਸਲੇ ਹੱਲ ਕੀਤੇ ਬਗੈਰ ਹੋਣਾ ਨਹੀਂ। ਇਸ ਲਈ ਤੁਸੀਂ ਬੜਾ ਸਾਫ਼ ਮੈਸੇਜ ਹੈ ਲੋਕਾਂ ਵੱਲੋਂ ਕਿ ਹੁਣ ਤੁਸੀਂ ਇਹਨਾਂ ਹਾਲਾਤਾਂ 'ਚ ਫੈਸਲਾ ਕਰ ਲਓ ਕਿ ਕੇਂਦਰ ਦੀ ਧੌਂਸ ਥੱਲੇ ਜੀਣਾ, ਜਾਂ ਤੁਸੀਂ ਆਪਣੇ ਪੰਜਾਬੀਆਂ ਦੇ ਨਾਲ, ਜਾਂ ਹਰਿਆਣੇ ਦੇ ਜਿਹੜੇ ਕੋਈ ਵੀ ਲੀਡਰ ਹਰਿਆਣਵੀਆਂ ਦੇ ਨਾਲ, ਸੂਬਿਆਂ ਦੀਆਂ ਸਰਕਾਰਾਂ ਨੂੰ ਲੋਕਾਂ ਦੇ ਨਾਲ ਖੜਾ ਹੋਣਾ, ਜਾਂ ਕੇਂਦਰ ਦੀ ਧੌਂਸ ਥੱਲੇ ਜੀਣਾ। ਇਹਦੇ ਦੋਵਾਂ ਗੱਲਾਂ 'ਚੋਂ ਇੱਕ ਫੈਸਲਾ ਕਰਨਾ ਪਊਗਾ। ਇਹ ਅਸੀਂ ਸਾਫ਼-ਸਾਫ਼ ਕਾਂਗਰਸੀ ਸਰਕਾਰ ਨੂੰ ਵੀ ਕਹਿੰਦੇ ਆ ਕਿ ਉਹ ਫੈਸਲਾ ਕਰ ਲੈਣ ਕਿ ਉਹਨਾਂ ਦੀ ਚਾਕਰੀ ਕਰਨੀ ਆ, ਅਧੀਨਗੀ ਮੰਨਣੀ ਆ, ਜੋ ਉਹਨਾਂ ਦੀਆਂ ਆਪਣੀ ਪਾਰਟੀ ਦੀਆਂ ਸਰਕਾਰਾਂ ਤੇ ਕਰਨਗੀਆਂ ਹੀ, ਕਿ ਤੁਸੀਂ ਵੀ ਕਰਨੀ ਆ, ਤਾਂ ਫਿਰ ਕਰੀ ਚੱਲੋ। ਫਿਰ ਲੋਕ ਤੁਹਾਨੂੰ ਰਿਜੈਕਟ ਕਰਨਗੇ। ਇਹ ਤੁਹਾਡੀ ਚੁਆਇਸ ਆ। ਹੁਣ ਤੁਸੀਂ ਜੇ ਲੋਕਾਂ ਨਾਲ ਖੜੇ ਹੋਣਾ ਤੇ ਫਿਰ ਮੈਦਾਨ 'ਚ ਨਿੱਤਰਨਾ ਪਊਗਾ। ਕੱਲੀਆਂ ਚਿੱਠੀਆਂ ਨਾਲ ਨਹੀਂ ਕੰਮ ਬਣਨਾ। ਇਹ ਉਹਨਾਂ ਦੇ ਆਪਣੇ ਲੀਡਰਾਂ ਨੂੰ ਤੇ ਕੁਝ ਮਿਨਿਸਟਰਾਂ ਨੂੰ ਵੀ ਇਹ ਗੱਲ ਸਮਝ ਪੈ ਗਈ ਹੈ ਕਿ ਮੋਦੀ ਜੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ, ਦਾਦਾਗਿਰੀ ਕਰ ਰਹੇ ਆ, ਤੇ ਸ਼ਕਤੀ ਪ੍ਰਦਰਸ਼ਨ ਦਾ ਜਿਹੜਾ ਜਵਾਬ ਕਾਊਂਟਰ ਸ਼ਕਤੀ ਪ੍ਰਦਰਸ਼ਨ ਨਾਲ ਸੂਬਿਆਂ ਦੇ ਵੱਧ ਅਧਿਕਾਰਾਂ ਨੂੰ ਜਿਹੜਾ ਉਹਦੀ ਅਸਰਸ਼ਨ ਲਈ, ਉਹਦੀ ਪ੍ਰੋਟੈਕਸ਼ਨ ਲਈ, ਉਸ ਨੂੰ ਕਿਵੇਂ ਬਚਾਇਆ ਜਾ ਸਕੇ ਇਸ ਹਮਲੇ ਤੋਂ, ਉਹਦੇ ਨਾਲ ਖੜੇ ਹੋਣ ਦੇ ਨਾਲ ਹੀ ਇਹ ਮਸਲਾ ਹੱਲ ਹੋਣਾ। ਕੱਲਾ ਛੋਟੀਆਂ-ਛੋਟੀਆਂ ਗੱਲਾਂ ਦੇ ਚਿੱਠੀਆਂ ਲਿਖਣ ਵਾਲਾ ਵੇਲਾ ਗਿਆ। ਹਾਂਜੀ ਪੰਕਜ ਜੀ। ਪ੍ਰੋਫੈਸਰ ਸਾਹਿਬ, ਗੱਲ ਚੱਲ ਰਹੀ ਸੀ ਸੂਬੇ ਦੇ ਵੱਧ ਅਧਿਕਾਰਾਂ ਦੀ। ਅਕਾਲੀ ਦਲ ਜਦੋਂ ਲੋਕਾਂ ਦੀ ਤਰਜਮਾਨੀ ਕਰਦਾ, ਪੰਜਾਬ ਦੀ ਤਰਜਮਾਨੀ ਕਰਦਾ, ਪੰਥਕ ਪਾਰਟੀ ਦਾ ਚਿਹਰਾ ਰੱਖ ਕੇ, ਤਾਂ ਅਕਾਲੀ ਦਲ ਇਸ ਗੱਲ ਤੇ ਖੜਦਾ ਕਿ ਅਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ, ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਹਾਂ। ਹਾਲਾਂਕਿ ਜਦੋਂ ਐਨਡੀਏ ਦੇ ਵਿੱਚ ਸੀ ਉਦੋਂ ਚੁੱਪ ਸੀ, ਜਦੋਂ ਬੀਜੇਪੀ ਨਾਲ ਵੱਖ ਹੋਏ, ਐਨਡੀਏ ਦੇ ਵਿੱਚੋਂ ਅਕਾਲੀ ਦਲ ਬਾਹਰ ਆਇਆ, ਤਾਂ ਕਿਤੇ ਨਾ ਕਿਤੇ ਗੱਲ ਚੱਲੀ ਕਿ ਅਕਾਲੀ ਦਲ ਹਿੰਦੁਸਤਾਨ ਦੀਆਂ ਖੇਤਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰੂਗਾ। ਤੁਸੀਂ ਇਸ ਤੇ ਕੀ ਟਿੱਪਣੀ ਕਰਨਾ ਚਾਹੋਗੇ? ਪੰਗੂ ਜੀ, ਪਿੱਛੇ ਜੇ ਮਹੀਨਾ 1.5 ਮਹੀਨਾ ਪਹਿਲਾਂ ਇੱਕ ਸੁਖਬੀਰ ਸਿੰਘ ਬਾਦਲ ਦਾ ਇਹੋ ਜਿਹਾ ਬਿਆਨ ਆਇਆ ਕਿ ਅਸੀਂ ਵੱਧ ਅਧਿਕਾਰਾਂ ਦੀ ਸੂਬਿਆਂ ਦੀ ਗੱਲ ਕਰਦੇ ਹਾਂ, ਸੂਬਿਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ। ਮੈਂ ਹੁਣ ਸਾਰੀਆਂ ਨਾਨ ਬੀਜੇਪੀ ਪਾਰਟੀਆਂ, ਸੂਬਿਆਂ ਦੀਆਂ ਜਿਹੜੀਆਂ ਰੀਜਨਲ ਪਾਰਟੀਆਂ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਂਗਾ। ਉਦਣ ਅਸੀਂ ਬੜੇ ਖੁਸ਼ ਹੋਏ ਇਸ ਗੱਲ ਦੀ। ਅਸੀਂ ਉਹਨਾਂ ਦੀ ਥੋੜੀ ਜਿਹੀ ਸਰਾਹਨਾ ਵੀ ਕੀਤੀ ਕਿ ਚਲੋ ਇਹ ਦੁਬਾਰਾ ਪਹਿਲੇ ਵਾਲੇ ਰਸਤੇ ਤੇ ਅਕਾਲੀ ਦਲ ਆਉਣਾ ਸ਼ੁਰੂ ਹੋ ਗਿਆ। ਉਦੋਂ ਬਾਅਦ ਅਸੀਂ ਲਗਾਤਾਰ ਜਿਹੜੇ ਵੀ ਉਹਨਾਂ ਦੇ ਬੰਦੇ ਮਿਲਦੇ, ਉਹਨਾਂ ਨੂੰ ਸਵਾਲ ਕਰਦੇ ਕਿ ਉਹ ਬਿਆਨ ਕਿੱਥੇ ਗਿਆ, ਕੂੜੇ 'ਚ ਸੁੱਟਤਾ? ਉਹ ਸਿਰਫ ਬਿਆਨ ਲਈ ਬਿਆਨ ਸੀਗਾ, ਬਿਆਨਬਾਜ਼ੀ ਲਈ ਬਿਆਨ ਸੀਗਾ ਕਿ ਉਹਦੇ ਤੇ ਕੋਈ ਅਮਲ ਵੀ ਕਰਨਾ? ਨਹੀਂ ਜੀ ਕਰ ਰਹੇ ਹਾਂ ਜੀ, ਨਹੀਂ ਜੀ ਕਰ ਰਹੇ ਹਾਂ। ਮੈਨੂੰ ਕੁਝ ਬਹੁਤਾ ਹੁੰਦਾ ਦਿਖਦਾ ਨਹੀਂ। ਅਫਸੋਸ ਦੀ ਗੱਲ ਹੈ, ਕੀ ਇਹਨਾਂ ਨੂੰ ਡਰਾਤਾ ਅਕਾਲੀਆਂ ਨੂੰ? ਕੀ ਇਹਨਾਂ ਨੂੰ ਕੋਈ ਬਲੈਕਮੇਲ ਕਰ ਰਿਹਾ? ਕੀ
ਇਹ ਹੁਣ ਕੋਈ ਫਾਈਲਾਂ ਕੱਢ ਕੇ ਉਹਨਾਂ ਨੂੰ ਦਿਖਾ ਦਿੰਦੇ ਦਿੱਲੀ ਦੇ ਵਿੱਚ, ਇਹ ਤੇ ਇਹੋ ਹੀ ਜਾਣਨ। ਪਰ ਅੱਜ ਦੀ ਤਰੀਕ ਦੇ ਵਿੱਚ ਫਾਈਲਾਂ ਦਾ ਵੇਲਾ ਲੰਘ ਗਿਆ। ਅੱਜ ਦੀ ਤਰੀਕ ਦੇ ਵਿੱਚ ਤੁਸੀਂ ਜੇ ਜੇਲ੍ਹਾਂ 'ਚ ਜਾਂਦੇ ਆ, ਤੁਹਾਡੇ ਤੇ ਪਰਚੇ ਬਣਦੇ ਆ, ਈਡੀ ਤੁਹਾਡੇ ਤੇ ਹਮਲਾ ਕਰਦੀ ਆ, ਤੇ ਉਤਰੋ ਮੈਦਾਨ ਦੇ ਵਿੱਚ ਹੋਣ ਦਿਓ। ਤੁਹਾਡੇ ਸਾਹਮਣੇ ਕੋਈ ਚੋਇਸ ਨਹੀਂ ਹੈਗੀ, ਜਾਂ ਤੇ ਤੁਸੀਂ ਲੋਕਾਂ ਦੇ ਨਾਲ ਆ, ਜੇ ਤੁਸੀਂ ਲੋਕਾਂ ਦੇ ਨਾਲ ਨਹੀਂ ਤਾਂ ਲੋਕ ਇਹ ਸਮਝਦੇ ਆ ਕਿ ਤੁਸੀਂ ਮੋਦੀ ਦੇ ਨਾਲ ਆ। ਕਿਉਂਕਿ ਜਿਹੜਾ ਬੰਦਾ ਧੱਕਾ ਕਰ ਰਿਹਾ ਲਗਾਤਾਰ, ਆ ਗੋਇਲ ਦੀ ਚਿੱਠੀ ਤੇ ਅੱਗ ਲਾਉਣ ਵਾਲੀ ਗੱਲ ਆ, ਇਹ ਤੇ ਤੁਸੀਂ ਕਿਤੇ ਛੋਟੀ ਗੱਲ ਆ, ਇਹ ਜਾਣਬੁੱਝ ਕੇ ਬਾਂਹ ਮਰੋੜਨ ਵਾਲੀ ਗੱਲ ਹੈ। ਜੇ ਚੀਫ ਮਿਨਿਸਟਰ ਨੇ ਸਮਝਣਾ ਤੇ ਸਮਝਣ, ਨਹੀਂ ਸਮਝਣਾ ਤੇ ਨਾ ਸਮਝਣ। ਜੇ ਨਹੀਂ ਬਿਲਕੁਲ ਹੀ ਕੁਝ ਗੋਡੇ ਕੰਮ ਕਰਦੇ, ਨਹੀਂ ਖੜਾ ਹੋਇਆ ਜਾਂਦਾ ਮੋਦੀ ਨੂੰ ਅੱਖਾਂ ਦਿਖਾਲਣ ਲਈ, ਤੇ ਫਿਰ ਪਰਾਂ ਹੋ ਜਾਣ, ਕਿਸੇ ਹੋਰ ਨੂੰ ਅੱਗੇ ਲੈ ਆਵਾਂਗੇ। ਕੋਈ ਬਥੇਰੇ ਵਿੱਚੋਂ ਲੱਗੇ ਅੱਗੇ ਕੈਬਨਿਟ ਵਿੱਚੋਂ ਆ ਜਾਣਗੇ। ਸਾਡਾ ਤੇ ਬੜਾ ਸਾਫ਼ ਕਹਿਣਾ ਕਿ ਜੋ ਹੋਣ ਵਾਲੀ ਸਰਕਾਰ ਉਹਨੂੰ ਕਰਨਾ ਚਾਹੀਦਾ। ਜਿਹੜੀ ਗੱਲ ਤੁਸੀਂ ਅਕਾਲੀ ਦਲ ਦੀ ਛੇੜਦੇ ਆ, ਉਹ ਵੀ ਇਹ ਤੇ ਉਹੋ ਹੀ ਜਵਾਬ ਦੇ ਸਕਦੇ ਇਸ ਗੱਲ ਦਾ। ਪਰ ਅਸੀਂ ਹੈਰਾਨ ਆ ਕਿ ਜੋ ਫੈਸਲਾ ਲਿਆ ਸੀ ਉਹਦੇ ਤੇ ਫੁੱਲ ਚੜਾਉਣ ਲਈ ਕੋਈ ਸਾਨੂੰ ਅਸਲ ਮਾਨਿਆਂ ਦੇ ਵਿੱਚ ਐਕਟੀਵਿਟੀ ਦਿਖੀ ਨਹੀਂ। ਹੈਰਾਨੀ ਦੀ ਗੱਲ ਇਹ ਆ ਕਿ ਕਿਸੇ ਅਕਾਲੀ ਸਪੋਰਟਰ ਦਾ ਮੈਨੂੰ ਹੁਣੇ ਹੀ ਫੋਨ ਆਇਆ, ਮੈਡਮ ਸੀਗੀ, ਕਹਿੰਦੀ ਪ੍ਰੋਫੈਸਰ ਸਾਹਿਬ ਪੰਜਾਬੀ ਟ੍ਰਿਬਿਊਨ ਦੇ ਵਿੱਚ ਮਮਤਾ ਦੀ ਚਿੱਠੀ ਪੜ੍ਹੀ ਆ, ਸਾਰਿਆਂ ਦੇ ਨਾਂ ਲੈ ਕੇ, ਚਿੱਠੀਆਂ ਦੇ ਪਾਰਟੀਆਂ ਦੇ ਨਾਂ ਲਿਖੇ ਆ, TMC ਤੋਂ ਲੈ ਕੇ ਵੀ ਤੇ ਹੋਰ ਫਰੂਕ ਅਬਦੁੱਲੇ ਦੀ ਪਾਰਟੀ ਦਾ, ਰੀਜਨਲ ਪਾਰਟੀਆਂ ਦਾ, ਸਮਾਜਵਾਦੀ ਪਾਰਟੀ ਦਾ, ਮੈਂ ਕੱਲੇ ਦਾ ਨਾਂ ਨਹੀਂ ਲੈਂਦਾ, ਸਾਰੀਆਂ ਦਾ ਨਾਂ ਲਿਖਿਆ TMC ਨੇ। ਕਹਿੰਦੀ ਅਕਾਲੀ ਦਲ ਵੀ ਰੀਜਨਲ ਪਾਰਟੀ ਆ ਤੇ ਉਹਨਾਂ ਦਾ ਨਾਂ ਕਿਉਂ ਨਹੀਂ ਲਿਖਿਆ ਜੀ। ਮੈਂ ਵਾਕਿਆ ਦੁਬਾਰਾ ਸਾਰੀ ਉਹ ਚਿੱਠੀ ਨੂੰ ਧਿਆਨ ਨਾਲ ਪੜ੍ਹਿਆ, ਘੱਟੋ ਘੱਟ ਇਸ ਰਿਪੋਰਟਿੰਗ 'ਚ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਨਹੀਂ ਲਿਖਿਆ ਹੋਊਗਾ, ਪਰ ਜੇ ਨਹੀਂ ਲਿਖਿਆ, ਚਿੱਠੀ ਨਹੀਂ ਐਡਰੈਸ ਕੀਤੀ, ਮੰਨ ਲਓ ਕਈ ਵਾਰੀ ਅਖਬਾਰ 'ਚ ਜਗ੍ਹਾ ਘੱਟ ਹੁੰਦੀ ਹੈ ਤੇ ਸਾਰਿਆਂ ਦੇ ਨਾਂ ਨਹੀਂ ਪੈਂਦੇ, ਹੋ ਸਕਦਾ ਇਸ ਕਰਕੇ ਕੱਟਿਆ ਗਿਆ। ਪਰ ਜੇ ਇਹ ਗੱਲ ਸੱਚੀ ਹੈ, ਜਿਵੇਂ ਮੈਨੂੰ ਫੋਨ ਆਇਆ, ਤਾਂ ਫਿਰ ਕਿੱਡੀ ਅਫਸੋਸ ਦੀ ਗੱਲ ਹੈ। ਤੁਸੀਂ ਕੀ ਸਵਾਲ ਕਰਦੇ ਆ? ਇਹਦਾ ਮਤਲਬ ਕਿ ਉਹ ਜਿਹੜੀ ਰੀਜਨਲ ਸ਼ਕਤੀ ਦੇ ਤੌਰ ਤੇ ਜਿੱਥੇ ਇੰਨੀਆਂ ਉਮੀਦਾਂ ਔਰ ਇੱਕ ਘੱਟ ਗਿਣਤੀ ਦੀ ਪਾਰਟੀ ਹੈਗੀ, ਬਾਈ ਐਂਡ ਲਾਰਜ ਘੱਟ ਗਿਣਤੀਆਂ ਦੀ ਪਾਰਟੀ ਹੈਗੀ, ਜੇ ਇਹਨਾਂ ਹਾਲਾਤਾਂ 'ਚ ਮਮਤਾ ਨੇ ਉਹਨਾਂ ਨੂੰ ਜੇ ਸੱਚ ਹੈ ਤੇ ਜੇ ਯਾਦ ਨਹੀਂ ਕੀਤਾ, ਤਾਂ ਕਿੱਡੀ ਫਿਕਰ ਵਾਲੀ ਗੱਲ ਹੋ ਗਈ ਹੈ ਅਕਾਲੀ ਦਲ ਲਈ, ਉਹਨਾਂ ਦੇ ਭਵਿੱਖ ਲਈ ਤੇ ਉਹਨਾਂ ਦੇ ਰਾਜਨੀਤੀ, ਖਾਸ ਕਰਕੇ ਰਾਜਨੀਤਿਕ ਭਵਿੱਖ ਲਈ। ਹਾਂਜੀ ਪੰਗੂ ਜੀ, ਚਲੋ ਪ੍ਰੋਫੈਸਰ ਸਾਹਿਬ, ਦੇਖਣ ਵਾਲਾ ਹੋਵੇਗਾ ਕਿ ਜੋ ਸੂਬੇ ਦੇ ਵੱਧ ਅਧਿਕਾਰਾਂ ਤੇ ਲਗਾਤਾਰ ਸਰਕਾਰ ਡਾਕਾ ਮਾਰ ਰਹੀ ਹੈ, ਅਖੀਰ ਕਿੱਥੋਂ ਤੱਕ ਕੀ ਚਾਹੁੰਦੀ ਹੈ? ਕਿ ਜੋ BJP ਸਰਕਾਰ ਦੀ ਪੁਸ਼ਤ ਪਨਾਹੀ ਕਰ ਰਹੇ ਨੇ ਉਹ ਅੰਬਾਨੀ ਤੇ ਅਡਾਨੀ ਬੈਠੇ, ਕਿ ਹਾਲਾਂਕਿ ਇੰਨੀ ਝੁਕੂਗੀ ਉਹਨਾਂ ਵੱਲ ਸਰਕਾਰ ਕਿ ਜਿਨ੍ਹਾਂ ਲੋਕਾਂ ਦੁਆਰਾ ਵੋਟਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਅੱਜ ਅੱਖੋਂ ਪਰੋਖੇ ਕਰ ਰਹੀ ਹੈ। ਤੇ ਦੂਜਾ ਪ੍ਰੋਫੈਸਰ ਸਾਹਿਬ, ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਮਈ ਦੇ ਵਿੱਚ ਅਸੀਂ ਸੰਸਦ ਵੱਲ ਚਾਲੇ ਪਾਵਾਂਗੇ। ਤੁਸੀਂ ਵੀ ਲਗਾਤਾਰ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹੋ, ਜਿੰਨੀ ਕਾਲ ਦਿੱਤੀ ਸੀ ਕਿਸਾਨ ਮੋਰਚੇ ਨੇ ਉਸ ਕਾਲ ਦੇ ਵਿੱਚ ਤੁਸੀਂ ਸ਼ਾਮਲ ਸੀ, ਤੇ ਜੋ ਹੁਣ ਇਹ ਕਾਲ ਦਿੱਤੀ ਗਈ ਹੈ, ਇਸ ਤੇ ਤੁਹਾਡਾ ਕੀ ਪ੍ਰਤੀਕਰਮ ਹੈ? ਦੇਖੋ, ਮੈਂ ਬਿਲਕੁਲ ਇਸ ਗੱਲ ਦਾ, ਮੈਂ ਪਹਿਲੀ ਗੱਲ ਦੇ ਨਾਲ ਥੋੜ੍ਹੀ ਜਿਹੀ ਗੱਲ, ਇੱਕ ਜਿਹੜੀ ਤੁਸੀਂ ਸੂਬਿਆਂ ਦੇ ਵੱਧ ਅਧਿਕਾਰ ਦੀ ਗੱਲ ਕਰਦੇ ਆ, ਉਹ ਕਿਉਂ ਇੰਨਾ ਅਹਿਮ ਮਾਮਲਾ, ਫਿਰ ਆਪਾਂ ਸੰਯੁਕਤ ਕਿਸਾਨ ਮੋਰਚੇ ਵੱਲ ਆਉਂਦੇ। ਮੈਂ ਇੱਕੋ ਹੀ ਲਾਈਨ, ਦੋ ਲਾਈਨਾਂ ਕਹਿਣੀਆਂ ਚਾਹੁੰਦਾ ਕਿ ਜਿੱਡੇ ਵੱਡੇ ਪੱਧਰ ਤੇ ਹਰ ਕਿਸਮ ਦੀ ਸੱਤਾ ਦਾ ਕੇਂਦਰੀਕਰਨ ਕੀਤਾ ਜਾ ਰਿਹਾ, ਉਹ ਡੈਮੋਕ੍ਰੇਸੀ ਲਈ ਘੰਟੀ ਨਹੀਂ, ਵੱਡਾ ਬਿਗਲ ਹੈਗਾ ਡੈਮੋਕ੍ਰੇਸੀ ਲਈ ਖਤਰੇ ਦਾ। ਇਹ ਸਾਰੀ ਆਰਥਿਕ ਸੱਤਾ ਜਿਹੜੀ ਆ ਉਹ 2-4 ਬੰਦਿਆਂ ਨੂੰ ਦਿੱਤੀ ਜਾ ਰਹੀ ਆ, ਉਹ ਵੀ ਖਾਸ ਕਰ ਜਿਹੜੇ ਉਹਨਾਂ ਦੇ ਗੁਜਰਾਤੀ ਚਹੇਤੇ ਆ। ਰਾਜਨੀਤਿਕ ਸੱਤਾ 2 ਬੰਦਿਆਂ ਨੇ ਆਪਣੇ ਹੱਥ 'ਚ ਕੇਂਦਰੀਕਰਨ ਕਰ ਲਿਆ। ਕਿਸੇ ਦੀ ਕੀ ਜ਼ਰੂਰਤ ਆ ਪਾਰਟੀ ਦੇ ਅੰਦਰ ਜਾਂ ਕੈਬਨਿਟ ਦੇ ਵਿੱਚ ਕਿ ਮੋਦੀ ਜੀ ਦੇ ਵਿਰੁੱਧ ਜਾ ਕੇ ਉਹ ਆਪਣੀ ਗੱਲ ਵੀ ਕਹਿ ਸਕਦੇ, ਮੂੰਹ ਖੋਲ ਹੀ ਨਹੀਂ ਸਕਦਾ ਕਿਸੇ ਦਾ। ਇਹ ਕੇਂਦਰੀਕਰਨ ਹੋ ਚੁੱਕਾ। ਜਿਹੜੀਆਂ ਡਿਫੈਂਸ ਫੋਰਸਿਸ ਆ ਉਹਦੇ 'ਚ ਕੇਂਦਰੀਕਰਨ ਕਰ ਦਿੱਤਾ। ਤਿੰਨਾਂ ਫੋਰਸਿਸ ਦਾ ਇੱਕ ਚੀਫ ਆਫ ਡਿਫੈਂਸ ਸਟਾਫ ਲਾ ਦਿੱਤਾ ਬਿਪਿਨ ਰਾਵਤ ਨੂੰ, ਤਾਂ ਕਿ ਤੁਸੀਂ ਕਮਾਂਡ ਸੌਖੀ ਕਰ ਸਕੋ। ਹਰ ਪਾਸੇ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ GST ਬਣਾ ਕੇ ਹੋਰ ਹੀ ਇੱਕ ਜਿਹੜਾ ਬੜੀ ਦੇਰ ਦਾ ਕਰੀ ਜਾਂਦੇ ਸੀ ਨਾ, ਏਕੀਕਰਨ, ਇੱਕ ਇਲੈਕਸ਼ਨ, ਇੱਕ ਕਾਰਡ, ਇੱਕ ਫਲਾਨਾ, ਇੱਕ ਭਾਸ਼ਾ, ਸਾਰਾ ਕੁਝ ਕਰੀ ਜਾਂਦੇ ਆ। ਹੁਣ ਉਹ ਇੱਕ ਦੀ ਇੰਨੀ ਬੋਲੀ ਭਾਰੀ ਹੋ ਗਈ ਆ, ਕੇਂਦਰੀਕਰਨ ਇੰਨਾ ਤੇਜ਼ੀ ਨਾਲ ਹੋ ਰਿਹਾ। ਤੁਸੀਂ ਛੋਟੀਆਂ ਗੱਲਾਂ ਦਾ ਦੇਖੋ ਤੇ ਸਹੀ, ਉਹ ਚਿੱਠੀ ਜਿਹੜੀ 3 ਪੇਜਾਂ ਦੀ ਲਿਖੀ, ਉਹਦੇ ਵਿੱਚ ਵੀ ਬਹੁਤ ਕੁਝ ਹੈਗਾ ਆ। ਜਿਹੜੀ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਆ ਉਹ ਭੰਗ ਕਰਤੀ, ਪਲੈਨਿੰਗ ਕਮਿਸ਼ਨ ਭੰਗ ਕਰ ਦਿੱਤਾ, ਇੰਟਰਸਟੇਟ ਜਿਹੜੀ ਕਾਉਂਸਲ ਸੀ ਉਹ ਭੰਗ ਕਰ ਦਿੱਤੀ। ਸਾਰਾ ਤੇ ਆਪਣੇ ਹੱਥ 'ਚ ਕਰ ਲਿਆ। ਵਿਰੋਧੀ ਪਾਰਟੀਆਂ ਸੁੱਤੀਆਂ ਪਈਆਂ। ਮੈਨੂੰ ਨਹੀਂ ਸਮਝ ਆਉਂਦੀ, ਜਦੋਂ ਜੁੱਤੀਆਂ ਪੈਣ ਲੱਗਣਗੀਆਂ, ਕੱਲੇ ਬੰਦੇ ਨੂੰ ਫੜ ਕੇ ਜੇਲ੍ਹ 'ਚ ਸੁੱਟਣਗੇ, ਉਦੋਂ ਇਹ ਜਾਗਣਗੇ। ਇਸ ਲਈ ਇਹ ਖਤਰਾ
ਜਿਹੜਾ ਭੰਗੂ ਸਾਹਿਬ ਤੁਸੀਂ ਕਹਿ ਰਹੇ ਸੀਗੇ ਖਤਰਾ ਸੂਬਿਆਂ ਦੇ ਵੱਧ ਅਧਿਕਾਰ ਦਾ, ਖਤਰਾ ਸੰਵਿਧਾਨ ਨੂੰ ਬਚਾਉਣ ਦਾ, ਖਤਰਾ ਦੇਸ਼ ਦੇ ਅੰਦਰ ਇੱਕ ਧਰਮ ਨਿਰਪੱਖ ਕਾਨੂੰਨ ਰਾਜ ਨੂੰ ਬਚਾਉਣ ਦਾ, ਇਹ ਬਹੁਤ ਗਹਿਰਾ ਖਤਰਾ, ਵੱਡਾ ਖਤਰਾ। ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਸੰਸਦ ਵੱਲ ਮਾਰਚ ਹੈ, ਮੇਰਾ ਖਿਆਲ ਉਹ ਬਹੁਤ ਜ਼ਰੂਰੀ ਆ, ਤਿਆਰੀ ਨਾਲ ਕਰਨਾ ਚਾਹੀਦਾ। ਮੈਂ ਤੇ ਸਗੋਂ ਇੱਕ ਹੋਰ ਗੱਲ ਬੜੀ ਲਗਾਤਾਰ ਕਹਿ ਰਿਹਾ, ਮੈਂ ਲੀਡਰਾਂ ਦਾ ਜਿੱਦਣ ਵੀ ਮੇਰੀ ਗੱਲਬਾਤ ਹੁੰਦੀ ਆ ਮੈਂ ਉਹਨਾਂ ਨੂੰ ਕਹੂੰਗਾ ਕਿ ਉਸ ਗੱਲ ਵਾਲੇ ਪਾਸੇ ਵੀ ਚੱਲਣਾ ਚਾਹੀਦਾ। ਸਾਨੂੰ ਜੇਲ੍ਹ ਭਰੋ ਅੰਦੋਲਨ ਛੇੜਨਾ ਚਾਹੀਦਾ। ਉਹਦੇ 'ਚ ਭਾਵੇਂ ਅਸੀਂ 100 ਬੰਦਾ ਭੇਜੀਏ ਤੇ ਭਾਵੇਂ ਭੇਜੀਏ 500 ਬੰਦਾ, ਉਹਦੇ 'ਚ ਸਿਸਟੇਮੈਟਿਕਲੀ ਭਾਵੇਂ ਉਹ ਜ਼ਿਲ੍ਹਾ ਵਾਈਜ਼ ਹੋ ਜਾਏ, ਬਲਾਕ ਵਾਈਜ਼ ਹੋ ਜਾਏ ਜਾਂ ਸਟੇਟ ਵਾਈਜ਼ ਹੋ ਜਾਏ, ਜਿਸ ਤਰ੍ਹਾਂ ਵੀ ਮਰਜ਼ੀ ਆ ਉਸ ਦੀ ਤਨਜ਼ੀਮ ਬਣਾਈ ਜਾ ਸਕਦੀ ਆ। ਸਾਡੇ ਕੋਲ ਇੰਨੇ ਕੁ ਲੋਕ ਪੰਜਾਬ ਦੇ ਜਾਂ ਹੋਰ ਸੂਬਿਆਂ ਦੇ ਹੈਗੇ ਆ ਕਿ ਆਪਾਂ ਜੇਲ੍ਹਾਂ ਨੂੰ ਨੱਕੋ ਨੱਕ ਭਰ ਦਿਆਂਗੇ ਮਹੀਨੇ 2 ਮਹੀਨਿਆਂ ਦੇ ਅੰਦਰ ਅੰਦਰ, ਤੇ ਵੱਡੇ ਪੱਧਰ ਤੇ ਜੇਲ੍ਹਾਂ ਭਰ ਦੇਣੀਆਂ ਚਾਹੀਦੀਆਂ। ਉਹ ਸਾਡਾ ਇੱਕ ਸ਼ਾਂਤਮਈ ਪ੍ਰਦਰਸ਼ਨ ਗਲੋਬਲ ਅਟਰੈਕਸ਼ਨ ਲਾਊਗਾ। ਜਿਹੜਾ ਇੱਕ ਤੋਂ ਫੈਸਲੇ ਬਹੁਤ ਚੰਗੇ ਆ, ਕੁਛ ਤੇ ਚਲੋ 10 ਤਰੀਕ ਨੂੰ 24 ਘੰਟੇ ਲਈ ਤੁਸੀਂ ਜਿਹੜੀ ਐਕਸਪ੍ਰੈਸ ਵੇ ਹੈ ਉਸ ਨੂੰ ਬੰਦ ਕਰਨਾ, ਜਿਹਨੂੰ KMP ਰੋਡ ਕਹਿੰਦੇ ਆ, ਉਹ ਕਰਨਾ, ਚਲੋ ਇਹ ਪੁਰਾਣੇ ਦੇ ਵਿੱਚ ਥੋੜੀ ਐਕਸਟੈਂਸ਼ਨ ਆ। ਇਸੇ ਤਰੀਕੇ ਨਾਲ 5 ਤਰੀਕ ਨੂੰ FCI ਦੇ ਦਫ਼ਤਰਾਂ ਦਾ ਘਿਰਾਓ ਕਰਨਾ, ਉਹ ਵੀ ਇੱਕ ਚੰਗਾ ਆ, ਕਿਉਂਕਿ ਉਹ ਵਿੱਚ ਪੰਗੇ ਪਾ ਰਹੇ ਆ ਸਾਰੇ, ਖਰੀਦ ਦੇ ਵਿੱਚ ਸਾਰਾ ਕੁਝ ਹੋ ਰਿਹਾ, ਅੜਿੱਕਾ ਹੋ ਰਿਹਾ। ਇਸ ਜਿਹੜਾ ਸਭ ਤੋਂ ਵੱਡੀ ਗੱਲ ਮੈਨੂੰ ਲੱਗੀ ਕਿ ਜਿਹੜਾ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਨ 14 ਤਰੀਕ ਨੂੰ, ਉਹਨੂੰ ਸੰਵਿਧਾਨ ਬਚਾਓ ਦਿਵਸ ਦੇ ਤੌਰ ਤੇ ਮਨਾਉਣਾ, ਇਹ ਬਹੁਤ ਅਹਿਮ ਫੈਸਲਾ। ਅਸੀਂ ਬੜੀ ਦੇਰ ਦੇ ਇਸ ਗੱਲ ਲਈ ਕਹਿ ਵੀ ਰਹੇ ਸੀ ਲੀਡਰ ਸਾਹਿਬਾਨ ਨੂੰ ਕਿ ਦੇਖੋ, ਜੇ ਅਸੀਂ ਦਲਿਤ ਸਮੁਦਾਇ ਜਾਂ ਐਗਰੀਕਲਚਰ ਲੇਬਰ ਜਾਂ ਹੋਰਨਾਂ ਨੂੰ ਨਾਲ ਵਾਕਿਆ ਹੀ ਜੋੜਦੇ ਹਾਂ ਤੇ ਫਿਰ ਸਾਨੂੰ ਸਾਂਝੀਆਂ ਸੈਲੀਬ੍ਰੇਸ਼ਨ ਹੋਣੀਆਂ ਚਾਹੀਦੀਆਂ। ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ, ਜੇ ਵਿਸਾਖੀ ਦੀ ਉੱਥੇ ਮਨਾਉਂਦੇ ਆ, ਤਾਂ ਫਿਰ ਭੀਮ ਰਾਓ ਅੰਬੇਦਕਰ ਜਿਹੜੇ ਦੇਵਤਾ ਰੂਪੀ ਪੂਜਦੇ ਆ ਸਾਰੇ ਦਲਿਤ ਸਮੁਦਾਇ, ਔਰ ਕੌਨਸਟੀਟਿਊਸ਼ਨ ਉਹਨਾਂ ਲਈ ਬਾਈਬਲ ਦੇ ਰੂਪ ਦੇ ਵਿੱਚ ਹੈਗੀ, ਇੱਕ ਸੇਕਰਡ ਬੁੱਕ ਆ, ਪਵਿੱਤਰ ਕਿਤਾਬ ਹੈਗੀ। ਇਹ ਦੋਵੇਂ ਦੀ ਗੱਲਾਂ ਜਿਹੜੀਆਂ ਉਦੋਂ 14 ਤਰੀਕ ਨੂੰ ਹੋ ਰਹੀਆਂ, ਇਹ ਬਹੁਤ ਅਹਿਮ ਫੈਸਲਾ। ਅਸੀਂ ਇਸ ਗੱਲ ਦੀ ਤੇ ਉਹਨਾਂ ਦੀ ਸੋਚ ਦੀ ਤੇ ਉਹਨਾਂ ਦੇ ਵਿਜ਼ਨ ਦੀ ਮੈਂ ਪਰਸਨਲੀ ਤੌਰ ਤੇ ਤੁਹਾਡੇ ਚੈਨਲ ਰਾਹੀਂ ਸਾਰੀ ਲੀਡਰਸ਼ਿਪ ਨੂੰ, ਸਮੁੱਚੀ ਲੀਡਰਸ਼ਿਪ ਨੂੰ ਇਸ ਗੱਲ ਦੀ ਵਧਾਈ ਦੇਣਾ। ਜਿਹੜੀ ਗੱਲ ਸੰਸਦ ਤੱਕ ਵੱਲ ਮਾਰਚ ਕਰਦੀ ਆ, ਉਹਨਾਂ ਨੇ ਬੜੀ ਸਿਆਣਪ ਕੀਤੀ ਆ ਕਿ ਐਤਕੀ ਟਰੈਕਟਰਾਂ ਨਾਲ ਮਾਰਚ ਨਹੀਂ ਹੋਊਗਾ, ਨਾ ਸਾਈਕਲਾਂ ਤੇ ਮਾਰਚ ਹੋਊਗਾ, ਨਾ ਕੋਈ ਡਾਂਗ ਸੋਟਾ ਤਲਵਾਰਾਂ। ਆਪਾਂ ਆਰਾਮ ਨਾਲ ਇੱਕ ਸ਼ਾਂਤਮਈ ਪੈਦਲ ਮਾਰਚ ਹੋਊਗਾ। ਉਹ ਕਿੱਥੋਂ ਤੇ ਪੈਦਲ ਤੇ ਚੱਲਣਾ, ਕਿੰਨਿਆਂ ਲੋਕਾਂ ਨੇ ਚੱਲਣਾ, ਕਿਵੇਂ ਜਾਣਾ, ਉਸ ਕਿਸਮ ਦੀ ਤਨਜ਼ੀਮ ਅਜੇ ਟਾਈਮ ਹੈਗਾ, ਪਰ ਇਹ ਪੈਦਲ ਮਾਰਚ ਹੋਊਗਾ। ਜੇ ਕਿਸੇ ਨੇ ਅਰੈਸਟ ਕਰਨਾ ਕਰ ਲੈਣਗੇ, ਜੇ ਨਹੀਂ ਕਰਨਾ ਤੇ ਉੱਥੇ ਆਪਣਾ ਭਾਸ਼ਣ ਦੇ ਕੇ ਤੇ ਇਹ ਜ਼ਰੂਰ ਆਉਣਗੇ। ਮੇਰਾ ਖਿਆਲ ਹੈ ਕਿ ਇਹ ਪਹਿਲਾਂ ਨਾਲੋਂ ਬੜਾ ਇੰਪਰੂਵਡ ਵਰਸ਼ਨ ਹੈ। ਜਿਹੜਾ ਪਿਛਲੀ ਵਾਰੀ ਟਰੈਕਟਰਾਂ ਦੇ ਨਾਲ ਧੱਕਾ ਜਾਂ ਉਧਰਾਂ ਜ਼ਿਆਦਾ ਉਸ ਕਿਸਮ ਦਾ ਆਊਟ ਆਫ ਕੰਟਰੋਲ ਸਾਰਾ ਮਾਰਚ ਸਾਡਾ ਗਿਆ ਸੀਗਾ, ਉਸ ਰਿਸਕ ਤੋਂ ਬਚਣ ਲਈ ਐਤਕੀ ਇਹਨਾਂ ਨੇ ਸੰਸਦ ਨੂੰ ਦੱਸਣਾ ਸ਼ੁਰੂ ਕੀਤਾ ਕਿ ਜੇ ਤੁਸੀਂ ਸਾਡੀ ਗੱਲ ਸੰਸਦ ਦੇ ਅੰਦਰ ਸਾਡੀ ਸੋਚ ਦੇ ਮੁਤਾਬਕ ਉੱਥੇ ਡਿਸਕਸ ਨਹੀਂ ਕਰੋਗੇ ਔਰ ਕੋਈ ਸਾਡੇ ਹੱਕ 'ਚ ਫੈਸਲਾ ਨਹੀਂ ਲਓਗੇ, ਤਾਂ ਫਿਰ ਸਾਨੂੰ ਇਹ ਸੰਸਦ ਦੀ ਵੀ ਕਾਹਦੀ ਇੱਜ਼ਤ, ਕਾਹਦੀ ਉਮੀਦ ਹੈਗੀ ਆ। ਇਸ ਲਈ ਉਹ ਕਿਤੇ ਜਿਹੜੇ ਬੰਦੇ ਉੱਥੇ MP ਬਣਦੇ ਉਹਨਾਂ ਨੂੰ ਪੈਨਸ਼ਨਾਂ ਦੇਣ ਲਈ ਰੱਖੀ ਹੈ ਕਿ ਹਰ 5 ਸਾਲ ਬਾਅਦ ਨਵੀਂ ਪੈਨਸ਼ਨ ਲੈ ਕੇ ਗਾਂਹ ਜਾਓ, ਜਾਂ ਉਹਨਾਂ ਨੂੰ ਉੱਥੇ ਸਸਤੇ ਮੁਰਗੇ ਖਵਾਲਣ ਲਈ ਸੰਸਦ ਬਣਾਈ ਹੈ, ਜਾਂ ਹੋਰ ਜਿਹੜੇ ਜਹਾਜ਼ਾਂ ਦੇ ਝੂਟੇ ਦੇਣ ਲਈ ਮੁਫਤ ਦੇ ਉਹਨਾਂ ਨੂੰ ਦਿੱਤੇ ਹੈ? ਨਹੀਂ, ਬਿਲਕੁਲ ਨਹੀਂ। ਉਹ ਸੇਵਾਦਾਰ ਸੀਗੇ, ਕੁਝ ਮੁੱਖ ਸੇਵਾਦਾਰ ਆ, ਕੁਝ ਸੇਵਾਦਾਰ ਹੈਗੇ ਆ। ਉਹ ਸੇਵਾ ਜਦੋਂ ਭੁੱਲ ਗਏ ਆ ਤਾਂ ਲੋਕ ਜਾ ਕੇ ਜਵਾਬ ਤੇ ਮੰਗਣਗੇ ਸੰਸਦ ਦੇ ਸਾਹਮਣੇ। ਹਾਂਜੀ ਪੰਗੂ ਜੀ। ਪ੍ਰੋਫੈਸਰ ਸਾਹਿਬ, ਮੇਰਾ ਇੱਕ ਆਖਰੀ ਸਵਾਲ, ਦਿੱਲੀ ਦਾ ਜੋ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ, ਬੜੇ ਤੁਸੀਂ ਤਰੀਕੇ ਦੇ ਨਾਲ ਗੱਲਾਂ ਸਾਂਝੀ ਕੀਤੀਆਂ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਸਿਆਸਤ ਦੀ, ਗੱਲ ਆਪਾਂ ਕਰ ਰਹੇ ਸੀ ਕਿ ਵੀ ਕੇਂਦਰੀਕਰਨ ਕਰ ਰਿਹਾ ਸੂਬੇ ਦੇ ਵੱਧ ਅਧਿਕਾਰਾਂ ਦਾ, ਤਾਂ ਜੋ ਸਿਆਸੀ ਪਾਰਟੀ ਹੈ, ਮੈਨੂੰ ਪ੍ਰੋਫੈਸਰ ਸਾਹਿਬ, ਇਹ ਵੀ ਕਿਤੇ ਨਾ ਕਿਤੇ ਹੁਣ ਤਾਂ ਚਲੋ ਗੱਲਾਂ ਕਲੀਅਰ ਨੇ ਕਿ ਆਪਣੀ ਇਹ ਸਿਆਸਤ ਕਰਦੇ ਨੇ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦਾ ਪਾਣੀ ਲੁੱਟ ਕੇ ਲੈ ਗਿਆ ਸੈਂਟਰ, ਕਦੋਂ ਪੰਜਾਬ ਦੀ ਸਿਆਸਤ ਨੇ ਇੱਕ ਮੰਚ ਤੇ ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਕਦੋਂ ਸੰਘਰਸ਼ ਕੀਤਾ ਕਿ ਸਾਨੂੰ ਰਾਇਲਟੀ ਮਿਲਣੀ ਚਾਹੀਦੀ ਹੈ? ਹਾਲਾਂਕਿ ਕਿੰਨੇ ਸਾਲ ਹੋ ਗਏ, ਕਿੰਨੇ ਲੱਖ ਕਰੋੜ ਰਾਜਸਥਾਨ ਵੱਲ ਰਹਿੰਦਾ। ਕਿਤੇ ਨਾ ਕਿਤੇ ਸਰਕਾਰਾਂ ਵੀ ਫਿਰ ਸਿਰਫ ਆਪਣੀ ਕੁਰਸੀ ਤੱਕ ਧਿਆਨ ਰੱਖਦੀਆਂ ਨੇ, ਹਾਲਾਂਕਿ ਜੋ ਪੰਜਾਬ ਦੇ ਸੋਰਸ ਨੇ, ਰਿਸੋਰਸ ਨੇ, ਇਹਨਾਂ ਵੱਲ ਇਹਨਾਂ ਦਾ ਕੋਈ ਇੰਟਰਸਟ ਨਹੀਂ, ਕੋਈ ਦਿਲਚਸਪੀ ਨਹੀਂ, ਬਸ ਸਿਰਫ ਆਪਣੀ ਸੱਤਾ ਪਿਆਰੀ। ਦੇਖੋ, ਜਿਹੜਾ ਹੁਣ ਅੱਗੇ ਰਾਜ ਕਰਨਾ ਨਾ, ਸੂਬਿਆਂ 'ਚ ਕਰੋ ਜਾਂ ਕੇਂਦਰ 'ਚ ਕਰੋ, ਕੇਂਦਰ 'ਚ ਚਲੋ ਥੋੜਾ ਅਜੇ ਫਰਕ ਹੈਗਾ, ਉਹ ਟਾਈਮ ਲੱਗੂ, ਪਰ ਸੂਬਿਆਂ 'ਚ ਜਿਨ੍ਹਾਂ ਨੇ ਰਾਜ ਕਰਨਾ, ਇਹ ਲੋਕ ਕਿਆ ਕਰਨਗੇ? ਭਰਾਵਾ, ਮੈਨੂੰ ਮਿਨਿਸਟਰ ਨਾ ਬਣਾਓ, ਮੈਂ ਨਹੀਂ MLA ਬਣਨਾ, ਕਿਸੇ ਹੋਰ ਨੂੰ ਹੀ MLA ਬਣਾ ਦਿਓ। ਇਹ ਹਾਲਤ ਬਣੂਗੀ ਇਸ ਸੂਬੇ 'ਚ। ਤੁਸੀਂ ਮੇਰੇ ਸ਼ਬਦ ਯਾਦ ਰੱਖਿਓ।
ਇਹ ਬਿਲਕੁਲ ਕੰਡਿਆਂ ਵਾਲੀ ਤਾਰ ਤੇ ਚੱਲਣ ਵਾਲਾ ਜਾਂ ਇਹੋ ਜਿਹਾ ਹੋਊਗਾ, ਕਿਉਂਕਿ ਲੋਕਾਂ ਨੇ ਹੁਣ ਗਲ 'ਚ ਸਾਫਾ ਪਾਉਣਾ। ਭਾਈ ਤੂੰ ਹਰ ਸਾਲ ਵੋਟਾਂ ਮੰਗਣ ਆ ਜਾਣਾ, ਪਹਿਲਾਂ ਦੱਸ ਤੇ ਸਹੀ ਕਿ ਅੱਗੇ ਕੀ ਕੀਤਾ ਤੂੰ 20 ਸਾਲ 5 ਪੈਨਸ਼ਨਾਂ ਲੈ ਰਿਹਾ, ਦੱਸ ਇੱਥੇ ਸਾਡੇ ਲਈ। ਲੋਕ ਹੁਣ 21 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਹੋਇਆ, ਰੁਲਦੂ ਸਿੰਘ ਨੇ ਐਲਾਨ ਕੀਤਾ ਸੰਯੁਕਤ ਕਿਸਾਨ ਮੋਰਚੇ ਵੱਲੋਂ। ਉਹਦਾ ਮਤਲਬ ਕੀ ਹੈ ਤੁਸੀਂ ਸਮਝਦੇ? ਹਰ ਪਿੰਡ 'ਚ ਪੁੱਛਣਗੇ ਉਹ ਜਾ ਕੇ ਕਿ ਇੱਧਰ ਆ, ਤੂੰ ਵੋਟਾਂ ਮੰਗਣਾ ਆ, ਪਹਿਲਾਂ ਕੀ ਕੀਤਾ ਦੱਸ ਇੱਥੇ ਸਾਨੂੰ। ਇਸ ਲਈ ਜਿਹੜੀ ਥੱਲਿਓਂ ਇੱਕ ਚੇਤਨਾ, ਇੱਕ ਰਾਜਨੀਤਿਕ ਬਗਾਵਤ, ਕਿਉਂਕਿ ਹੱਦ ਹੋ ਗਈ ਆ ਹੁਣ, ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਹੁਣ ਇਹ ਜੀਣ ਮਰਨ ਦਾ ਸਵਾਲ ਹੈਗਾ। ਜਦੋਂ ਇਹ ਸਾਰਾ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਹੋ ਰਿਹਾ, ਤਾਂ ਫਿਰ ਜਿਨ੍ਹਾਂ ਨੂੰ ਚੁਣ ਕੇ ਭੇਜਦੇ ਆ ਉੱਥੇ ਦੋਵੇਂ ਹੱਥੀਂ ਲੁੱਟਣ ਲਈ ਭੇਜਦੇ, ਉਹਨਾਂ ਦੇ ਆਪਣੇ ਪਰਿਵਾਰ ਪਾਲਣ ਲਈ ਭੇਜਦੇ, ਉਹਨਾਂ ਦੇ ਗਾਂ 7 ਪੀੜ੍ਹੀਆਂ ਨੂੰ ਇੱਥੇ ਸੈੱਟ ਕਰਨ ਲਈ ਭੇਜਦੇ ਆ ਨਾ। ਇਸ ਲਈ ਇਹੀ ਲੀਡਰ ਤੁਹਾਨੂੰ ਦੇਖਿਓ ਕਿ ਜੇ ਸੁਧਰੇ ਨਾ, ਇਹ ਲੱਭਣਗੇ ਨਹੀਂ, ਇਹ ਬਾਹਰ ਜਾਣਗੇ ਜਿੱਥੇ ਜਿੱਥੇ ਇਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ। ਔਰ ਕੋਈ ਨਵੇਂ ਲੀਡਰ ਜਿਹੜੇ ਜ਼ਿੰਮੇਵਾਰ ਹੋਣਗੇ, ਜਿਹੜੇ ਸੇਵਾਦਾਰ ਹੋਣਗੇ, ਜਿਹੜੇ ਵਾਕਿਆ ਹੀ ਲੋਕ ਖੁਦ ਉਹਨਾਂ ਨੂੰ ਲੈ ਕੇ ਆਉਣਗੇ, ਉਹ ਵੀ ਨਹੀਂ ਆਉਣਾ ਚਾਹੁੰਗੇ। ਸਿਆਣਾ ਬੰਦਾ ਕਿਹੜਾ ਵਾਧੂ ਲੋੜ ਤੋਂ ਵੱਧ ਕੰਮ ਕਰੂਗਾ? ਤੇ ਜਿਹੜੇ ਵਾਕਿਆ ਹੀ ਕੰਧਿਆਂ ਤੇ ਆਪਣੇ ਮੋਢਿਆਂ ਤੇ ਬੋਝ ਚੁੱਕ ਕੇ ਪੰਜਾਬ ਨੂੰ ਦੁਬਾਰਾ ਕੱਢਣ ਦਾ ਜੋਖਮ ਲੈਣਗੇ ਹੋਣ ਵਾਲੇ ਸੰਕਟ ਚੋਂ, ਉਹ ਬੰਦੇ ਆਉਣ ਵਾਲੇ ਸਮੇਂ 'ਚ ਲੰਮੇ ਗੇੜ ਦੇ ਵਿੱਚ ਤੁਸੀਂ ਦੇਖਿਓ ਦੌਰ ਦੇ ਵਿੱਚ ਉਹ ਆਉਣਗੇ। ਅਜੇ ਵੀ ਪਰ ਜਿਹੜੀ ਸਾਡੀ ਰਾਜਨੀਤਿਕ ਜਮਾਤ ਹੈ ਉਹ ਚਾਂਬਲਾਂ ਪਾਉਂਦੀ ਫਿਰਦੀ ਹੈ, ਐਨ ਜਾਣੀ ਦਿਨ ਰਾਤ ਟੱਪਦੇ ਫਿਰਦੇ ਆ। ਕੋਈ ਕਹਿੰਦਾ ਮੈਂ ਉੱਥੇ ਰੈਲੀ ਕਰਕੇ ਇੰਝ ਹੋ ਜਾਂ, ਕੋਈ ਕਹਿੰਦਾ ਮੈਂ ਉੱਥੇ ਬਕਵਾਸ ਕਰਕੇ ਆਪਣੇ ਆਪ ਨੂੰ ਦੁਬਾਰਾ ਲੋਕਾਂ 'ਚ ਪਾਪੂਲਰ ਕਰਦਾ, ਕੋਈ ਕੁਛ ਤੜਲੋ ਮੱਛੀ ਹੋਈ ਪਏ ਵੀ ਆ ਗਿਆ ਬਾਈ, ਛੇਤੀ ਕਰੋ, ਤਿਆਰੀ ਕਰੋ, ਆਪਾਂ ਹੁਣ ਫਿਰ ਲੁੱਟ ਦਾ ਸਮਾਨ ਜਿਹੜਾ ਇਕੱਠਾ ਕਰਨਾ ਆ। ਇਹ ਧਾਂਦਲੀ ਨਹੀਂ ਚੱਲਣੀ। ਉਹ ਥੋੜਾ ਸੋਚ ਲੈਣ ਜਿਹੜੇ ਆਪਣੀਆਂ ਮੁੱਛਾਂ ਨੂੰ ਤਾ ਦੇਈ ਫਿਰਦੇ, ਦੁਬਾਰਾ ਸੱਤਾ 'ਚ ਆਉਣ ਲਈ ਔਖਾ ਹੋਊਗਾ। ਇਹ ਕੰਡਿਆਂ ਦੀ ਸੇਜ ਹੋਊਗੀ, ਉੱਤੇ ਸੌਣਾ ਪਊਗਾ। ਰਾਤ ਭਰ ਤੁਸੀਂ ਦੁਖੀ ਹੋਇਆ ਕਰੋਗੇ ਤੇ ਦਿਨੇ ਲੋਕ ਘੇਰਿਆ ਕਰਨਗੇ, ਰਾਤ ਨੂੰ ਨੀਂਦ ਨਹੀਂ ਆਇਆ ਕਰੂਗੀ। ਇਹ ਮੇਰੇ ਸ਼ਬਦ ਯਾਦ ਰੱਖਿਓ। ਉਹ ਵੇਲੇ ਗਏ ਜਦੋਂ ਤੁਸੀਂ ਮਲਾਈਆਂ ਖਾ ਕੇ ਆਪਣਾ ਟਾਈਮ ਲੰਘ ਗਏ। ਹੁਣ ਮਲਾਈਆਂ ਦੀ ਜਗ੍ਹਾ ਲੋਕਾਂ ਨੂੰ ਜਵਾਬਦੇਹੀ, ਪਾਰਦਰਸ਼ਤਾ ਤੇ ਇਹ ਸਾਰੇ ਜਿਹੜੇ ਮੁੱਦੇ ਹੋਣਗੇ ਕਿ ਕਿਵੇਂ ਤੁਸੀਂ ਕਰਪਸ਼ਨ ਫਰੀ ਇੱਕ ਗਵਰਨੈਂਸ ਦੇਣੀ ਆ, ਲੋਕ ਹਿੱਤ ਕਿਵੇਂ ਪਾਲਣਾ ਕਰਨੀ ਆ, ਕਾਨੂੰਨ ਦਾ ਰਾਜ ਕਿਵੇਂ ਲੈ ਕੇ ਆਉਣਾ, ਇਹ ਸਾਰੇ ਮੁੱਦੇ ਹੁਣ ਆਉਣ ਵਾਲੇ ਸਮੇਂ 'ਚ ਲੋਕ ਰੱਖਿਆ ਕਰਨਗੇ ਤੇ ਪੁੱਛਿਆ ਵੀ ਕਰਨਗੇ। ਹਾਂਜੀ ਪੰਗੂ। ਸੋ ਪ੍ਰੋਫੈਸਰ ਸਾਹਿਬ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਅਹਿਮ ਜਾਣਕਾਰੀ ਜੀ ਸਾਂਝੀ ਕੀਤੀ। ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਪੰਗੂ ਜੀ ਤੁਹਾਡਾ, ਤੁਹਾਡੇ ਚੈਨਲ ਦਾ, ਤੁਹਾਡੀ ਪਿੱਛੇ ਬੈਠੀ ਜਿਹੜੇ ਲਗਾਤਾਰ ਕੰਮ ਕਰ ਰਹੇ ਸੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਦਰਸ਼ਕੋ, ਇਹ ਸਨ ਸਾਡੇ ਨਾਲ ਚੰਡੀਗੜ੍ਹ ਤੋਂ ਜੁੜੇ ਹੋਏ ਪ੍ਰੋਫੈਸਰ ਮਨਜੀਤ ਸਿੰਘ। ਪ੍ਰੋਫੈਸਰ ਮਨਜੀਤ ਸਿੰਘ ਨੇ ਬੜੇ ਬੇਬਾਕ ਤਰੀਕੇ ਨਾਲ ਤੁਹਾਡੇ ਨਾਲ ਕਿਸਾਨ ਮੋਰਚੇ ਤੇ ਸਿਆਸਤ ਨੂੰ ਲੈ ਕੇ ਗੱਲਾਂ ਕੀਤੀਆਂ। ਉਹਨਾਂ ਦਾ ਕਹਿਣਾ ਹੈ ਕਿ ਜੋ ਕਿਸਾਨਾਂ ਨੇ ਕਾਲ ਦਿੱਤੀ ਹੈ ਕਿ ਮਈ ਦੇ ਵਿੱਚ ਜਾ ਕੇ ਅਸੀਂ ਸੰਸਦ ਦਾ ਘਿਰਾਓ ਕਰਾਂਗੇ, ਉਹਦੇ ਨਾਲ ਅੰਦੋਲਨ ਨੂੰ ਬੂਸਟ ਮਿਲੂਗਾ ਤੇ ਕੇਂਦਰ ਸਰਕਾਰ ਉੱਤੇ ਦਬਾਅ ਜੋ ਬਣਿਆ ਹੋਇਆ, ਇਹ ਦਬਾਅ ਹੋਰ ਵਧੂਗਾ। ਜੋ ਲਗਾਤਾਰ ਪੰਜਾਬ ਦੇ ਮਾਮਲੇ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਮਾਮਲੇ ਦੇ ਵਿੱਚ, ਕਿਸਾਨੀ ਅੰਦੋਲਨ ਦੇ ਮਾਮਲੇ ਦੇ ਵਿੱਚ ਜੋ ਅਪਡੇਟ ਹੋਗੀ, ਉਹ ਅਪਡੇਟ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ।